ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਥੇ ਅਤੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਪਟਿਆਲਾ ਅਤੇ ਰਾਗੀ ਜਥਾ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਸ੍ਰੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ, ਇਸੇ ਤਰ੍ਹਾਂ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਸੱਚਖੰਡ ਵਾਲੇ 3 ਵਜੇ ਤੋਂ ਲੈ ਕੇ 5 ਵਜੇ 2 ਘੰਟੇ ਇਹ ਆਤਮ ਰਸ ਵਿਸ਼ੇਸ਼ ਕੀਰਤਨ ਦਰਬਾਰ ਹੈ। ਬਾਕੀ ਜਾਣਕਾਰੀ ਸਾਰੀ ਬਾਹਰ ਬੋਰਡ ਉੱਪਰ ਦਿੱਤੀ ਗਈ ਹੈ। ਆਪ ਸੰਗਤਾਂ ਨੇ ਅਤੇ ਹੋਰ 1-1, 2-2 ਪ੍ਰਾਣੀ ਜਿਨ੍ਹਾਂ ਨੂੰ ਪਾਵਨ ਦਰਬਾਰ ਵਿਖੇ ਗੁਰਬਾਣੀ ਕੀਰਤਨ ਨਾਲ ਜੋੜ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਪਰ ਰਮ 2 ਤੁਰਕੀ ਬਣਦੇ ਸ੍ਰੀ ਅਖੰਡ ਪਾਠ ਦਾ ਭੋਗ ਕੱਲ੍ਹ ਨੂੰ ਠੀਕ 9 ਵਜੇ ਸ਼ਲੋਕ ਸ਼ੁਰੂ ਹੋਣਗੇ। ਉਪਰੰਤ ਸਾਰਾ ਦਿਨ ਐਤਵਾਰ ਦੇ ਵਿਸ਼ੇਸ਼ ਸੁੰਦਰ ਹਫ਼ਤਾਵਾਰੀ ਦੀਵਾਨ ਸਜਣਗੇ ਜੀ। ਆਹ ਹੁਣ ਆਪ ਜੀ ਨੂੰ 7:30 ਵਜੇ ਤੱਕ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਵੀ ਚਾਲ ਸਰਵਣ ਕਰਾਂ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਕਰਨਾਲ, ਜਿਨ੍ਹਾਂ ਦੀ ਇਸ ਫੇਰੀ ਦੌਰਾਨ ਸ਼ਾਮ ਵੇਲੇ ਦੀ ਅੱਜ ਦੀ ਆਖਰੀ ਹਾਜ਼ਰੀ, ਕੱਲ੍ਹ ਨੂੰ ਦਿਨ ਵੇਲੇ ਹਾਜ਼ਰੀ ਭਰ ਕੇ ਆਪਣੇ ਦੇਸ਼ ਪਰਤ ਜਾ ਰਹੇ ਹਨ। ਸੋ ਗੁਰੂ ਮਹਾਰਾਜ ਕਿਰਪਾ ਰਹਿਮਤ ਕਰਨ, ਇਹਨਾਂ ਨੂੰ ਤੰਦਰੁਸਤੀ ਦੇ ਰੋਗਤਾ ਅੱਗੇ ਫਿਰ ਜਲਦੀ ਦਰਸ਼ਨਦਾਰ ਆਪ ਸੰਗਤ ਦੀ ਹਾਜ਼ਰੀਆਂ ਬਖਸ਼ੇ ਨੇ ਹੱਲ ਕਰਨ। ਆਓ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਆਰਾਧੇ, 8 ਪਹਿਰ ਗੁਣ ਗਾਵਾਂ। ਸਾਸ ਸਾਸ ਨਾਨਕ ਆਰਾਧੇ, 8 ਪਹਿਰ ਗੁਣ ਗਾਵਾਂ। ਤੂੰ ਚਉ ਸੱਜਣ ਮੈਂਡਿਆ, ਡੇਸ ਸੁਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀਂ ਦੀਦਾਰ। ਨੈਣ ਮਹਿੰਜੇ ਤਰਸਦੇ, ਕਦ ਪਸੀਂ ਦੀਦਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ। ਧਨ ਸੁਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰੇਸਿਓ ਰਾਤੀ ਰਲੀਆਂ ਮਾਨੈ, ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਮਨ ਤਨ ਅਰਪ ਤਜ ਲਾਜ ਲੋਕਾਨੀ। ਰਹਾਉ ਸਖੀ ਸਹੇਲੀ ਕੋ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਗਹਿਲੀ ਮਹਿਲ ਨਾ ਪਾਵੈ। ਫਿਰ ਪਛੁਤਾਵੈ ਜਬ ਰੈਣ ਵਿਹਾਵੈ, ਕਰਮਹੀਣ ਮਨ ਮੁਖ ਦੁਖ ਪਾਵੈ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸ਼ੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ 'ਚ ਜੁੜ ਕੇ ਆਪ ਜੀ ਨੇ ਬੜੇ ਪਿਆਰ ਨਾਲ
ਸਤਿਗੁਰ ਦੀ ਰੱਬੀ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਨਿਰਮਲ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਦਾ ਰਸ ਪੀਨਾ ਸ਼ਬਦ ਸੁਣਾ ਕੇ ਜ਼ਿੰਦਗੀ ਨੂੰ ਕਿਰਤਾਰਥ ਕੀਤਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਬਚਨ ਆਪਾਂ ਕਿਰਪਾ ਦੇ ਰੂਪ ਵਿੱਚ ਵਾਚਾਂਗੇ। ਸਾਰੀਆਂ ਸੰਗਤਾਂ ਇਕਾਗਰਤਾ ਦੀ ਦਾਤ ਬਣਾਓ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਅੱਜ ਮਾਲਕ ਨੇ ਗੱਲ ਕੀਤੀ ਹੈ ਵੀ ਸੁਹਾਗਣ ਕੌਣ ਹੈ। ਜਦੋਂ ਅਸੀਂ ਬਾਣੀ ਵਿੱਚ ਇਹ ਸ਼ਬਦ ਪੜ੍ਹਦੇ ਹਾਂ, ਸਤਿਗੁਰ ਨੇ ਬਾਣੀ 'ਚ ਇੱਕ ਸ਼ਬਦ ਵਰਤਿਆ ਹੋਇਆ ਸੁਹਾਗਣ, ਇੱਕ ਸ਼ਬਦ ਵਰਤਿਆ ਹੋਇਆ ਦੁਹਾਗਣ। ਜਦੋਂ ਵੀ ਮਾਲਕ ਨੇ ਕਿਰਪਾ ਕੀਤੀ ਸੰਸਾਰ 'ਚ ਇਸ ਜੀਵਾਂ ਦੀ ਉਤਪਤੀ ਹੋਈ ਨਾ, ਤੇ ਇਸਤਰੀ ਦਾ ਹਿਰਦਾ ਜਿਹੜਾ ਮਨੁੱਖ ਦੇ ਪ੍ਰਥਾਏ ਬੜਾ ਕੋਮਲ ਬਣਾਇਆ ਹੋਇਆ। ਜਿੰਨੀ ਦੇਰ ਤੱਕ ਬੱਚੀ ਆਪਣੇ ਵੱਲੋਂ ਸਰੀਰਕ ਤੌਰ ਤੇ ਜਵਾਨ ਹੋ ਕੇ ਆਪਣੇ ਬਾਪ ਦੇ ਘਰ ਵਿੱਚ ਰਹਿੰਦੀ ਹੈ, ਪਰ ਜਦੋਂ ਉਹਨੂੰ ਆਪਣੇ ਵੱਲੋਂ ਥੋੜਾ ਸਮਾਂ ਪਾ ਕੇ ਪੇਕਾ ਘਰ ਛੱਡ ਕੇ ਆਪਣੇ ਸਹੁਰੇ ਘਰ ਵੀ ਜਾਣਾ ਪੈਂਦਾ, ਉਸ ਤੋਂ ਬਾਅਦ ਉਸ ਬੱਚੀ ਨਾਲ ਰਿਸ਼ਤਾ ਇੱਕ ਜੁੜ ਜਾਂਦਾ, ਨਾ ਜੁੜਦਾ, ਜਿਹਨੂੰ ਸੁਹਾਗਣ ਕਿਹਾ ਜਾਂਦਾ। ਮਾਲਕ ਦੀ ਬਾਣੀ ਤੋਂ ਪੁੱਛੀਏ ਵੀ ਸੁਹਾਗਣ ਹੈ ਕੌਣ, ਕੀ ਉਹਦੇ ਚਿਹਨ ਨੇ, ਕਿਸ ਤਰ੍ਹਾਂ ਦਾ ਉਹਦਾ ਵੇਸ਼ ਹੈ, ਕਿਸ ਤਰ੍ਹਾਂ ਦਾ ਸ਼ਿੰਗਾਰ ਕਰੇ ਤਾਂ ਕਿ ਉਹ ਸੁਹਾਗਣ ਹਰ ਇੱਕ ਬੰਦਾ ਬਣ ਸਕੇ। ਇੱਕ ਬਚਨ ਹੋਰ ਧਿਆਨ ਨਾਲ ਸਮਝਿਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਇਸ ਕਰਕੇ ਧਿਆਨ ਰੱਖਿਓ, ਆਪਾਂ ਆਰੰਭ ਵਿੱਚ ਹੀ ਸ਼ਬਦ ਵਰਤ ਲੈਣੇ ਨੇ, ਕਿਉਂਕਿ ਬਾਰ-ਬਾਰ ਸ਼ਬਦਾਂ ਨੂੰ ਕਥਾ 'ਚ ਦੁਹਰਾਉਣਾ ਵੀ ਚੰਗਾ ਨਹੀਂ ਲੱਗਦਾ। ਜਿੰਨੇ ਵੀ ਸੰਸਾਰ 'ਚ ਮਾਲਕ ਪਰਮਾਤਮਾ ਨੇ ਮੇਲ ਪੈਦਾ ਕੀਤੇ ਨਾ ਜਾਂ ਫੀਮੇਲ ਪੈਦਾ ਕੀਤੇ ਨੇ, ਕਹਿਣ ਤੋਂ ਮੁਰਾਦ ਭਾਵੇਂ ਕੋਈ ਇਸਤਰੀ ਹੈ, ਭਾਵੇਂ ਕੋਈ ਮਨੁੱਖ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ। ਜਦੋਂ ਮਾਲਕ ਨੇ ਬਾਣੀ 'ਚ ਸਭ ਲਈ ਇਹ ਸਾਂਝਾ ਉਪਦੇਸ਼ ਸਤਿਗੁਰ ਨੇ ਸ਼ਬਦ ਵਰਤ ਦਿੱਤਾ, ਜਿੰਨੇ ਵੀ ਅਸੀਂ ਸੰਸਾਰ 'ਚ ਵਸਣ ਵਾਲੇ ਅਸੀਂ ਮਾਲਕ ਦੇ ਦਰ ਦੀਆਂ ਜੀਵ ਰੂਪੀ ਇਸਤਰੀਆਂ ਹਾਂ। ਇਸ ਕਰਕੇ ਸਾਡਾ ਕੰਤ, ਸਾਡਾ ਖਸਮ, ਸਾਡਾ ਵਾਹਿਗੁਰੂ ਸਾਈਂ ਇੱਕ ਅਕਾਲ ਪੁਰਖ ਹੈ। ਹੁਣ ਮਾਲਕ ਕਹਿੰਦੇ ਸੁਹਾਗਣ ਕੌਣ ਹੈ। ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਜੀ ਦਾ। ਅਸਲ 'ਚ ਹਰ ਇੱਕ ਦੀ ਆਪਣੀ ਨਹੀਂ ਆਪਣਾ ਕੋਈ ਚਿੰਨ੍ਹ ਹੁੰਦਾ, ਕੋਈ ਨਿਸ਼ਾਨੀ ਹੁੰਦੀ ਹੈ। ਜਿਵੇਂ ਧਾਰਮਿਕ ਤੌਰ ਤੇ ਅਸੀਂ ਆਪਣੇ ਵੱਲੋਂ ਹਰ ਇੱਕ ਬੰਦੇ ਦੇ ਧਰਮ ਨੂੰ, ਜਿਹਨੂੰ ਵੀ ਉਹ ਸੰਬੰਧ ਆਪਣੇ ਧਰਮ ਨਾਲ ਰੱਖਦਾ, ਮੁਸਲਮਾਨ ਨੂੰ ਇਸਲਾਮ ਦੀ ਦੁਨੀਆ 'ਚ ਦੇਖੋਗੇ ਉਹਦਾ ਵੇਸ਼ ਸ਼ਿੰਗਾਰ ਤਨ ਦਾ ਵੱਖਰਾ ਹੁੰਦਾ। ਸਿੱਖ ਨੂੰ ਦੇਖੋਗੇ ਉਹਦੀ ਪਹਿਚਾਣ ਸਤਿਗੁਰ ਨੇ ਵੱਖਰੀ ਦਿੱਤੀ ਹੈ। ਹਿੰਦੂ ਨੂੰ ਦੇਖੋਗੇ ਉਹਦੀ ਪਹਿਚਾਣ ਸੰਸਾਰਿਕ ਤੌਰ ਤੇ ਵੱਖਰੀ ਹੈ। ਇਸੇ ਤਰ੍ਹਾਂ ਬੋਧੀ ਤੇ ਜੈਨੀ ਸਭ ਦੀ ਪਹਿਚਾਣ ਵੱਖਰੀ ਹੈ। ਪਰ ਦੇਖੋ ਮਾਲਕ ਨੇ ਬਾਣੀ 'ਚ ਕਿਰਪਾ ਕੀਤੀ ਵੀ ਜਿਹੜੀ ਸੁਹਾਗਣ ਹੈ ਅਸਲ 'ਚ ਸ਼ਿੰਗਾਰ ਕਿਸ ਤਰ੍ਹਾਂ ਦਾ ਕਰੇ, ਜਿਸ ਕਰਕੇ ਉਹ ਮਾਲਕ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋਏ। ਇੱਕ ਬਚਨ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ। ਸਤਿਗੁਰੂ ਕਹਿੰਦੇ ਸੁਹਬ ਤਾਂ ਸੁਹਾਗਣੀ ਜਾਂ ਮਨ ਹੈ ਸਚ ਨਾਉ। ਜਦੋਂ ਵੀ ਬੱਚੀ ਨੇ ਆਪਣੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਵੀ ਜਾਣਾ, ਉਹ ਸੁਹਾਗਣ ਦਾ ਇੱਕ ਜੋੜਾ ਵੱਖਰਾ ਲਿਬਾਸ ਹੈ, ਉਹਨੂੰ ਸੂਹੇ ਰੰਗ ਦਾ ਲਿਬਾਸ ਕਿਹਾ ਜਾਂਦਾ। ਮਾਲਕ ਕਹਿੰਦੇ ਸੂਹੇ ਵੇਸ ਵਾਲੀਏ ਸੁਹਾਗਣੇ, ਅਸਲ 'ਚ ਸੁਹਾਗਣ ਤੇ ਤੂੰ ਤਾਂ ਹੀ ਹੈ ਜੇ ਆਪਣੇ ਪਤੀ ਪਰਮੇਸ਼ਰ ਦੀ ਗੱਲ ਨੂੰ, ਆਪਣੇ ਵੱਲੋਂ ਹੁਕਮ ਨੂੰ ਮੰਨ ਲੈ, ਆਪਣੀ ਪਤੀ ਦੀ, ਆਪਣੇ ਪਤੀ ਪਰਮੇਸ਼ਰ ਦੀ ਰਜ਼ਾ ਵਿੱਚ ਚੱਲੇ। ਭਾਵੇਂ ਮਾਲਕ ਨੇ ਦੁਨਿਆਵੀ ਤੌਰ ਤੇ ਉਦਾਹਰਨਾਂ ਲਈਆਂ ਨੇ, ਪਰ ਮਾਲਕ ਨੇ ਸਾਡਾ ਆਤਮਾ ਦਾ ਸੰਬੰਧ ਪਰਮਾਤਮਾ ਪਰਮੇਸ਼ਰ ਨਾਲ ਕੀਤਾ, ਜਿਹਦੇ ਦਰ ਤੇ ਅਸੀਂ ਜਾ ਕੇ ਸੁਹਾਗਣ ਬਣਨਾ, ਜਿਹਦੇ ਘਰ ਵਿੱਚ ਮਾਲਕ ਪਰਮਾਤਮਾ ਦੀ ਬਖਸ਼ਿਸ਼ ਨੂੰ ਆਪਾਂ ਮਾਣਨਾ। ਹੁਣ ਬਾਬਾ ਫਰੀਦ ਸਾਹਿਬ ਦੇ ਦੋ ਬਚਨ ਨੇ। ਇੱਕ ਸੁਹਾਗਣ ਦੂਜੀ ਸੁਹਾਗਣ ਨੂੰ ਇੱਕ ਗੱਲ ਕਰਦੀ ਹੈ, ਜਿਹੜੀਆਂ ਆਪਸ 'ਚ ਉਹਨਾਂ ਦੀਆਂ ਗੱਲਾਂ ਹੋਈਆਂ, ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਰੂਪ ਥਾਂ ਦੇ ਦਿੱਤਾ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਇੱਕ ਸਹੇਲੀ ਸੁਹਾਗਣ ਪੁੱਛਦੀ ਦੂਜੀ ਸੁਹਾਗਣ ਨੂੰ ਵੀ ਤੇਰੇ ਉੱਪਰ ਬੜੀ ਕਿਰਪਾ ਮਾਲਕ ਦੀ, ਮੈਂ ਦੇਖਿਆ ਵੀ ਤੂੰ ਆਪਣੇ ਵੱਲੋਂ ਹਰ ਇੱਕ ਗੁਣਾ ਨੂੰ ਧਾਰਨ ਕਰ ਲਿਆ, ਕਿਹੜਾ ਤੂੰ ਸ਼ਿੰਗਾਰ ਬਣਾਇਆ, ਕਿਹੜੇ ਆਪਣੀ ਜ਼ੁਬਾਨ 'ਚ ਤੂੰ ਬੋਲ ਸ਼ਬਦ ਰੱਖੇ ਨੇ, ਜਿਨ੍ਹਾਂ ਕਰਕੇ ਤੇਰਾ ਗੁਰੂ, ਤੇਰਾ ਪਰਮਾਤਮਾ ਤੇਰੇ ਹਿਰਦੇ 'ਚ ਵਸ ਗਿਆ, ਤੈਨੂੰ ਆਪਣੇ ਪਤੀ ਦੀ ਪਰਮੇਸ਼ਰ ਦੀ ਖੁਸ਼ੀ ਮਿਲ ਗਈ ਹੈ। ਉੱਥੇ ਬਚਨ ਨੇ ਬਾਬਾ ਫਰੀਦ ਸਾਹਿਬ ਦੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ ਜਿਤ ਵਸਿਆਵੈ ਕੰਤ। ਇਹ ਤਿੰਨ ਸਵਾਲ ਨੇ।
ਜਦੋਂ ਵੀ ਸੰਸਾਰਿਕ ਤੌਰ ਤੇ ਸਾਡੇ ਰਿਸ਼ਤੇ ਪਤੀ ਪਤਨੀ ਦੇ ਕਮਜ਼ੋਰ ਹੁੰਦੇ ਨੇ, ਉਹਦਾ ਇੱਕ ਹੀ ਕਾਰਨ ਹੈ, ਅਸੀਂ ਆਪਣੀ ਮਨ ਦੀ ਮਰਜ਼ੀ ਵਰਤਨੇ ਆ। ਜੇ ਕਿਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਬੰਦਾ ਜ਼ਿੰਦਗੀ 'ਚ ਧਾਰਨ ਕਰੇ ਤੇ ਗੁਸਤਾਖੀ ਮਾਫ, ਜਿੰਨੇ ਅੱਜ ਅਸੀਂ ਮਨ ਕਰਕੇ ਵੇਸਲੇ ਹੋ ਗਏ ਆ, ਸਾਡੇ ਮਨ ਨੂੰ ਦ੍ਰਿੜਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆਪ ਹੀ ਬਖਸ਼ਿਸ਼ ਕਰ ਦਿੰਦੀ ਹੈ। ਮਾਲਕ ਕਹਿੰਦੇ ਕਵਣ ਸੋ ਅੱਖਰ, ਉਹ ਅੱਖਰ ਕਿਹੜਾ? ਕਵਣ ਸੋ ਅੱਖਰ ਕਵਣ ਗੁਣ, ਉਹ ਗੁਣ ਕਿਹੜਾ? ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਹਿਣ ਲੱਗੇ ਉਹ ਮੰਤਰ ਕਿਹੜਾ? ਕਵਣ ਸੋ ਵੇਸੋ ਹੋਂ ਕਰੀ ਜਿਤ ਵਸਿਆਵੇ ਕੰਤ, ਉਹ ਵੇਸ ਕਿਸ ਤਰ੍ਹਾਂ ਦਾ ਬਣਾਵਾਂ ਜਿਸ ਵੇਸ਼ ਨੂੰ ਦੇਖ ਕੇ ਮੇਰਾ ਮਾਲਕ ਵਾਹਿਗੁਰੂ ਪਰਮਾਤਮਾ ਸਾਈਂ ਮੇਰੇ ਤੇ ਤਰੁੱਠ ਪਏ। ਇਹਦਾ ਜਵਾਬ ਹੈ ਸਤਿਗੁਰ ਨੇ ਸਾਰੀ ਕਾਇਨਾਤ ਨੂੰ, ਸਮੁੱਚੀ ਦੁਨੀਆ ਨੂੰ ਬਖਸ਼ਿਆ। ਮਾਲਕ ਕਹਿੰਦੇ ਜੇ ਤੂੰ ਆਪਣੇ ਵੱਲੋਂ ਸਾਈਂ ਦੀ ਯਾਦ ਨੂੰ ਅੰਦਰ ਟਿਕਾਉਣਾ, ਜੇ ਤੂੰ ਚਾਹੇ ਵੀ ਪਰਮਾਤਮਾ ਪਰਮੇਸ਼ਰ ਤੇਰੇ ਹਿਰਦੇ ਦੀ ਸੇਜ ਤੇ ਟਿਕ ਜਾਏ। ਬਾਬਾ ਫਰੀਦ ਸਾਹਿਬ ਨੇ 3 ਬਚਨ ਕਹੇ, ਨਿਮਣ ਸੋ ਅੱਖਰ। ਸਭ ਤੋਂ ਪਹਿਲਾਂ ਤੇਰੀ ਜ਼ਿੰਦਗੀ 'ਚ ਨਿਮਰਤਾ ਗੁਣ ਧਾਰਨ ਕਰ। ਆਪਣੀ ਜ਼ਿੰਦਗੀ 'ਚ ਨਿਮਣ ਸੋ ਅੱਖਰ, ਖਵਣ ਗੁਣ ਦਾ ਅਰਥ ਹੁੰਦਾ ਸਹਾਰਨਾ। ਜਦੋਂ ਅਸੀਂ ਆਪਣੇ ਵੱਲੋਂ ਦੋਵਾਂ ਜੀਆਂ 'ਚ ਥੋੜੀ ਅਣਬਣ ਹੋਏ ਤੇ ਜਦੋਂ ਕਿਤੇ ਮਨੁੱਖ ਵੀ ਸਹਾਰੇ ਉਸ ਗੱਲ ਨੂੰ, ਇਸਤਰੀ ਵੀ ਸੰਭਾਲੇ, ਤੇ ਸੁਭਾਵਿਕ ਤੌਰ ਤੇ ਬੰਦੇ ਦੇ ਅੰਦਰ ਦਾ ਰੁੱਖਾਪਨ ਹਟ ਜਾਂਦਾ। ਮਾਲਕ ਦੀ ਕਿਰਪਾ ਰਿਸ਼ਤੇ ਤੇ ਬਣੀ ਰਹਿੰਦੀ ਹੈ। ਜਦੋਂ ਬੰਦਾ ਅਸੀਂ ਸਹਾਰਨਾ ਨਹੀਂ ਨਾ ਜਾਣਦੇ, ਛੋਟੀ ਦੀ ਗੱਲ ਨੂੰ ਬਹੁਤ ਵੱਡੀ ਅਸੀਂ ਪੇਸ਼ ਕਰਕੇ ਸ਼ੁਰੂ ਕਰ ਦਿੰਦੇ ਆ, ਉਦੋਂ ਰਿਸ਼ਤੇ 'ਚ ਤੇੜ ਪੈਣੀ ਸੁਭਾਵਿਕ ਹੁੰਦੀ ਹੈ। ਇਸੇ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨਿਮਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਆਪਣੀ ਜ਼ੁਬਾਨ ਤੇ ਤੇਰੇ ਮੰਤਰ ਗੁਰੂ ਦੇ ਨਾਂ ਦਾ ਹੋਵੇ। ਇਹ ਤਰੇ ਭੈਣੇ ਵੇਸ ਕਰ, ਇਹ ਭੈਣੇ ਮੇਰੀਏ ਆ ਤਿੰਨੇ ਤੂੰ ਵੇਸ ਧਾਰਨ ਕਰ ਲਾ, ਤਾਂ ਸੁਖ ਆਵੀ ਕੰਤ। ਕਹਿਣ ਲੱਗੇ ਤਾਂ ਵਸਿਆਵੀ ਕੰਤ, ਕਿਤੇ ਵੀ ਲੱਭਣ ਦੀ ਲੋੜ ਨਹੀਂ। ਆ ਤਾਂ ਦੁਨਿਆਵੀ ਤੌਰ ਤੇ ਪਤੀ ਦੀ ਗੱਲ ਤਾਂ ਬਾਅਦ 'ਚ ਕਰ, ਰੱਬ ਪਰਮਾਤਮਾ ਪਤੀ ਵੀ ਤੇਰੇ ਅੰਦਰ ਸੇਜ ਤੇ ਆ ਕੇ ਬਹਿ ਜਾਏਗਾ। ਇੱਕ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਸਤਿਗੁਰ ਨੇ ਕਿਹਾ ਵੀ ਦੇਖੋ ਬੰਦਾ ਪਹਿਰਾਵਾ ਕਿਸ ਤਰ੍ਹਾਂ ਦਾ ਬਣਾਏ। ਅਸੀਂ ਬਾਹਰੀ ਤੌਰ ਤੇ ਜੋ ਆਪਣੇ ਪਹਿਰਾਵੇ ਬਣਾਏ ਨੇ, ਠੀਕ ਹੈ, ਮੁਬਾਰਕ ਹੈ, ਧਰਮ ਦੀਆਂ ਬੰਦੇ ਦੀਆਂ ਨਿਸ਼ਾਨੀਆਂ ਨੇ, ਪਰ ਗੁਰੂ ਨੂੰ ਪਹਿਰਾਵਾ ਕਿਸ ਤਰ੍ਹਾਂ ਦਾ ਚੰਗਾ ਲੱਗਦਾ? ਬਾਹਰੀ ਤੌਰ ਤੇ ਬੰਦੇ ਕੋਲ ਪੋਸ਼ਾਕ ਚੰਗੀ ਹੋਵੇ, ਬੰਦੇ ਦੇ ਅਲਫਾਜ਼ ਬੋਲ ਚੰਗੇ ਹੋਣ, ਜ਼ਰੂਰੀ ਨਹੀਂ ਉਹ ਮਾਲਕ ਪਰਮਾਤਮਾ ਗੁਰੂ ਨੂੰ ਭਾ ਜਾਏ। ਅਸਲ 'ਚ ਗੁਰੂ ਨੇ ਤੇ ਵੇਖਣਾ ਬਾਹਰੀ ਤੌਰ ਤੇ ਭਾਵੇਂ ਬੰਦੇ ਦੇ ਕੱਪੜੇ ਪਾਟੇ ਨੇ, ਸੰਸਾਰਿਕ ਤੌਰ ਤੇ ਕੋਈ ਆਦਰ ਮਾਣ ਨਹੀਂ ਦਿੰਦਾ, ਪਰ ਅੰਦਰ ਜੇ ਗੁਰੂ ਦਾ ਪ੍ਰੇਮ ਹੈ ਤੇ ਮਾਲਕ ਕਹਿੰਦੇ ਸਭ ਤੋਂ ਪਿਆਰਾ ਸਿੱਖ ਗੁਰੂ ਨੂੰ ਉਹੀ ਲੱਗਦਾ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਯਾਨੜੀਏ ਮਾਨੜਾ ਕਾਏ ਕਰੇ, ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ। ਐ ਯਾਨੀ ਮੱਤ ਵਾਲੀਏ ਬੱਚੀਏ, ਸਾਰੀ ਦੁਨੀਆ ਨੂੰ ਸਤਿਗੁਰ ਕਹਿ ਰਹੇ ਨੇ। ਕਹਿਣ ਲੱਗੇ ਯਾਨੀ ਮੱਤ ਵਾਲੀਏ ਬੱਚੀਏ, ਕਿਸ ਗੱਲ ਦਾ ਤੂੰ ਮਾਣ ਕਰਨੀ ਹੈ? ਯਾਨੜੀਏ ਮਾਨੜਾ ਕਾਏ ਕਰੇ, ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ। ਸ਼ਹਿ ਨੇੜੇ ਤਨ ਕਮਲੀਏ ਬਾਹਰ ਕਿਆ ਟੁੰਡੇ, ਹਿਰਦੇ ਵਿੱਚ ਤੇਰਾ ਵਾਹਿਗੁਰੂ ਪਰਮਾਤਮਾ ਵਸਦਾ, ਤੂੰ ਬਾਹਰ ਕਿਸ ਵਾਸਤੇ ਲੱਭ ਨਹੀਂ ਫਿਰਨੀ ਹੈ। ਅੱਗੇ ਸਤਿਗੁਰ ਨੇ ਸ਼ਿੰਗਾਰ ਦੀ ਗੱਲ ਕੀਤੀ। ਮਾਲਕ ਕਹਿੰਦੇ ਯਾਨੜੀਏ ਮਾਨੜਾ ਕਾਏ ਕਰੇ, ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ। ਸ਼ਹਿ ਨੇੜੇ ਤਨ ਕਮਲੀਏ ਬਾਹਰ ਕਿਆ ਟੁੰਡੇ, ਭੈ ਕੀਆਂ ਦੇ ਸਲਾਈਆਂ ਨੈਣੀ। ਅੱਖਾਂ ਵਿੱਚ ਸੁਰਮਾ ਵਾਹਿਗੁਰੂ ਪਰਮਾਤਮਾ ਦੇ ਭੈ ਦਾ ਡਰ ਦਾ ਪਾ, ਭਾਵਕਾ ਕਰ ਸ਼ਿੰਗਾਰੋ। ਜਿਹੜੇ ਬਾਹਰੀ ਤੌਰ ਤੇ ਸ਼ਿੰਗਾਰ ਕੀਤੇ ਤੇਰੇ ਪਤੀ ਦੀ ਪਰਮੇਸ਼ਰ ਦੀ ਖੁਸ਼ੀ ਲਈ ਮੁਬਾਰਕ ਨੇ, ਪਰ ਮਾਲਕ ਕਹਿੰਦੇ ਜਿੰਨੀ ਦੇਰ ਤੱਕ ਬੱਚੀਏ ਤੂੰ ਭਾਵ ਦਾ ਪਿਆਰ ਦਾ ਸ਼ਿੰਗਾਰ ਨਹੀਂ ਨਾ ਕਰਦੀ, ਓਨੀ ਦੇਰ ਤੱਕ ਤੇਰਾ ਮਾਲਕ ਪਰਮਾਤਮਾ ਪਤੀ ਦੀ ਖੁਸ਼ੀ ਤੈਨੂੰ ਮਿਲ ਨਹੀਂ ਸਕੇਗੀ। ਕਹਿਣ ਲੱਗੇ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ ਸ਼ਤਰੇ ਪਿਆਰੋ, ਤਾਂ ਤੂੰ ਸੁਹਾਗਣ ਕਹੀ ਜਾਏਗੀ। ਜੇ ਮਾਲਕ ਪਰਮਾਤਮਾ ਤੇਰੇ ਅੰਦਰ ਤਰੁੱਠ ਪਏ, ਤੈਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੇ। ਇਸੇ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਟੁਟੇਂਦੀ ਏ ਸੁਹਾਗ ਕਉ, ਤੋ ਤਨਕਾਈ ਕੋਰ। ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿਨ੍ਹਾਂ ਨੇ ਅਸਲ 'ਚ ਸੁਹਾਗਣਾ ਜਿਹੜੀਆਂ ਬਣ ਗਈਆਂ ਨੇ, ਉਹਨਾਂ ਨੂੰ ਇੱਕ ਪਰਮਾਤਮਾ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਝਾਕ ਨਹੀਂ ਹੁੰਦੀ। ਉਹ ਮਾਲਕ ਪਰਮਾਤਮਾ ਦੇ ਦਰ ਤੇ ਬੰਦਗੀ ਕਰਕੇ ਸਾਈਂ ਦੇ ਦਰ ਦੀਆਂ ਸੁਹਾਗਣ ਬਣ ਗਈਆਂ ਨੇ। ਇਤਿਹਾਸ ਦੀ ਇੱਕ ਬੜੀ ਪਿਆਰੀ ਗਾਥਾ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਨੇ।
ਇੰਨੀ ਦੇਰ ਨੂੰ ਜਿਹੜੇ ਜ਼ਾਲਮਾਂ ਨੇ ਆਪਣੇ ਵੱਲੋਂ ਕਿਸੇ ਨੇ ਕਸਮਾਂ ਖਾਧੀਆਂ ਸਨ, ਸਾਰੀਆਂ ਕਸਮਾਂ ਨੂੰ ਤੋੜ ਕੇ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਸੀ ਵੀ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਜਦੋਂ ਗੁਰੂ ਕੇ ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਨੇ, ਉਸੇ ਸਮੇਂ ਪਹਾੜੀ ਰਾਜਿਆਂ ਨੇ ਪਿੱਛੋਂ ਹੱਲਾ ਕਰ ਦਿੱਤਾ ਸੀ। ਸਰਸਾ ਨਦੀ ਤੋਂ ਪਾਰ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦੇ ਵੱਡੇ ਲਾਲ ਬਾਬਾ ਅਜੀਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਅਨੇਕਾਂ ਸਿੱਖ ਨੇ ਆਪਣੇ ਵੱਲੋਂ ਸਰਸਾ ਨਦੀ ਨੂੰ ਪਾਰ ਕਰਕੇ ਚਲੇ ਗਏ। ਇੱਕ ਰੋਪੜ ਦੇ ਵਿਚਕਾਰ, ਆਨੰਦਪੁਰ ਸਾਹਿਬ ਦੀ ਵਿਚਕਾਰ ਇੱਕ ਧਰਤੀ ਦਾ ਨਗਰ ਹੈ ਜਿਹਦਾ ਨਾਮ ਮਲਕਪੁਰ ਰੰਗੜਾ ਹੈ। ਉਸ ਥਾਂ ਤੇ ਜਦੋਂ ਦੇਖਿਆ ਰੰਗੜਾ ਨੇ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਕਾਫਲਾ ਆ ਰਿਹਾ, ਸਿੱਖ ਵੀ ਉਹਨਾਂ ਦੇ ਨਾਲ ਨੇ, ਤੇ ਹੋ ਸਕਦਾ ਜਦੋਂ ਘਰ ਨੂੰ ਛੱਡਿਆ ਤੇ ਕੀਮਤੀ ਵਸਤਾਂ ਦਾਤਾਂ ਉਹਨਾਂ ਕੋਲ ਹੋਣਗੀਆਂ, ਵਾਵਾ ਧਨ ਪਦਾਰਥ ਹੋਏਗਾ। ਰੰਗੜਾ ਨੇ ਸੋਚਿਆ ਵੀ ਹੁਣ ਸਾਡੇ ਕੋਲ ਮੌਕਾ, ਅਸੀਂ ਆਪਣੇ ਵੱਲੋਂ ਗੁਰੂ ਕੇ ਸਿੱਖਾਂ ਤੇ ਹੱਲਾ ਕਰ ਲਈਏ, ਜੋ ਕੁਝ ਮਿਲਦਾ ਲੁੱਟ ਖਸੁੱਟ ਲਈਏ, ਬਸ ਸਾਡਾ ਮਨਸਾ ਪੂਰਾ ਹੋਣਾ ਚਾਹੀਦਾ। ਦੇਖੋ ਦੁਨੀਆ 'ਚ ਕਿਸ ਤਰ੍ਹਾਂ ਦੇ ਲੋਕ ਵੀ ਰੱਬ ਨੇ ਪੈਦਾ ਕੀਤੇ ਨੇ, ਜਿਹੜੇ ਕਿਸੇ ਦੇ ਦੁੱਖ ਨੂੰ ਦੇਖ ਕੇ ਵੀ ਦੁਖੀ ਨਹੀਂ ਹੁੰਦੇ। ਇਹ ਤਾਂ ਮਾਲਕ ਪਰਮਾਤਮਾ ਪਰਮੇਸ਼ਰ ਦੇ ਪਿਆਰੇ ਨੇ। ਦੂਜੇ ਦਾ ਦੁੱਖ ਦੇਖਣ, ਆਪ ਬੰਦਾ ਦੁੱਖ ਮਹਿਸੂਸ ਕਰੇ, ਦੂਜੇ ਦਾ ਸੁੱਖ ਦੇਖੇ ਬੰਦਾ ਉਤੇ ਦੁਖੀ ਨਾ ਹੋਏ, ਅਗਲੇ ਸੁਖੀ ਨੂੰ ਦੇਖ ਕੇ ਆਪ ਬੰਦਾ ਸੁਖੀ ਹੋ ਜਾਏ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਕਿਸੇ ਨੂੰ ਦੁਖੀ ਦੇਖੋ ਤੇ ਉਤੇ ਹੱਸੋ ਨਾ, ਕਦੇ ਵੀ ਖੁਸ਼ ਨਾ ਹੋ, ਕਿਉਂਕਿ ਅੱਜ ਉਹਦੇ ਪਲੜੇ ਵਿੱਚ ਕੱਖ ਨਹੀਂ। ਐਸਾ ਵਾਹਿਗੁਰੂ ਪਰਮਾਤਮਾ ਕਰ ਸਕਦਾ, ਕੱਲ ਸਾਡੇ ਪਲੜੇ ਵਿੱਚ ਕੱਖ ਨਹੀਂ ਹੋ ਸਕੇ। ਇੱਥੇ ਕੋਈ ਬੰਦਾ ਦਾਵਾ ਨਹੀਂ ਬਣ ਸਕਦਾ। ਕਬੀਰ ਸਾਹਿਬ ਕਹਿੰਦੇ ਅਜੋ ਸੁਨਾਓ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਅਜੇ ਤਾਂ ਬੇੜੀ ਮੇਰੀ ਸਮੁੰਦਰ 'ਚ ਛਾਲਾਂ ਮਾਰ ਕੇ ਤੁਰ ਰਹੀ ਹੈ, ਪਰ ਪਤਾ ਨਹੀਂ ਸਮੁੰਦਰ ਦੀ ਲਹਿਰਾਂ ਕਿਸ ਪਾਸੋਂ ਆ ਜਾਣ। ਪਤਾ ਨਹੀਂ ਜਿੱਤੇ ਮੈਂ ਲੋਕਾਂ ਨੂੰ ਵੇਖ ਕੇ ਹੱਸਦਾ, ਮੇਰੀ ਵੀ ਬੇੜੀ ਕਿਤੇ ਇਸੇ ਸਮੁੰਦਰ 'ਚ ਨਾ ਡੁੱਬ ਜਾਏ। ਉਹਨਾਂ ਨੇ ਆਪਣੇ ਵੱਲੋਂ ਹਮਲਾ ਕੀਤਾ। ਗੁਰੂ ਕੇ ਲਾਲ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇ ਦਲੇਰੀ ਨਾਲ ਲੜੇ। ਦਲੇਰੀ ਨਾਲ ਲੜ ਕੇ ਆਪਣੇ ਵੱਲੋਂ ਉਹਨਾਂ ਦੇ ਤਨ ਤੇ ਭਾਰੀ ਜ਼ਖਮ, ਬਹੁਤ ਉਹਨਾਂ ਦੇ ਸੱਟ ਉਹਨਾਂ ਦੇ ਤਨ ਉੱਪਰ ਵੱਜੀ ਹੈ। ਬਾਬਾ ਅਜੀਤ ਸਿੰਘ ਜੀ ਨੇ ਦੇਖਿਆ ਵੀ ਗੁਰੂ ਕੇ ਲਾਲ ਭਾਈ ਬਚਿੱਤਰ ਸਿੰਘ ਜੀ ਦੇ ਅਜੇ ਸਵਾਸ ਚੱਲਦੇ ਨੇ। ਆਪਣੇ ਵੱਲੋਂ ਇੱਕ ਨਗਰ ਹੈ ਰੋਪੜ ਦੇ ਇਲਾਕੇ 'ਚ, ਕੋਟਲਾ ਨਿਹੰਗ ਖਾਂ ਨਾਂ ਤੇ ਪਿੰਡ ਦਾ ਨਾਂ ਕੋਟਲਾ ਹੈ, ਪਰ ਉੱਥੇ ਗੁਰੂ ਕਾ ਸ਼ਰਧਾਲੂ ਰਹਿੰਦਾ ਜਿਹਦਾ ਨਾਂ ਹੈ ਨਿਹੰਗ ਖਾਂ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਸ਼ਰਧਾਲੂ ਹੈ। ਬਾਬਾ ਅਜੀਤ ਸਿੰਘ ਜੀ ਨੇ ਦੇਖਿਆ, ਸਿੱਖਾਂ ਨੇ ਦੇਖਿਆ, ਗੁਰੂ ਕੇ ਲਾਲ ਭਾਈ ਬਚਿੱਤਰ ਸਿੰਘ ਜੀ ਦਾ ਤਨ ਚੁੱਕ ਕੇ ਤੇ ਕੋਟਲਾ ਨਿਹੰਗ ਖਾਂ ਦੇ ਪਿੰਡ ਕੋਟਲੇ ਵਿੱਚ ਲੈ ਗਏ। ਪਿੱਛੋਂ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਵੀ ਇਸ ਗੁਰੂ ਕੇ ਲਾਲ ਭਾਈ ਬਚਿੱਤਰ ਸਿੰਘ ਜਿਹਦੇ ਉੱਪਰ ਅਸੀਂ ਹਮਲਾ ਕੀਤਾ ਸੀ, ਉਹਨੂੰ ਗੁਰੂ ਕੇ ਸਿੰਘ ਇਸ ਮੁਸਲਮਾਨ ਦੇ ਘਰ ਕੋਟਲਾ ਨਿਹੰਗ ਖਾਂ ਦੇ ਘਰ ਵਿੱਚ ਲੈ ਕੇ ਪਹੁੰਚ ਗਏ ਨੇ। ਚਾਰੇ ਪਾਸੋਂ ਦੁਸ਼ਮਣਾਂ ਨੇ ਘੇਰਾ ਪਾ ਲਿਆ। ਗੁਰੂ ਕਲਗੀਧਰ ਪਾਤਸ਼ਾਹ ਵੀ ਇਸ ਘਰ 'ਚ ਆ ਗਏ, ਪਰ ਜਦੋਂ ਦਾਤਾ ਜੀ ਨੂੰ ਸੂਹ ਮਿਲੀ ਬਈ ਇਹਦੀਆਂ ਫੌਜਾਂ ਤੇ ਪਹਾੜੀ ਰਾਜੇ ਇਸੇ ਪਾਸੇ ਆ ਰਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜੀ ਦੂਰੀ ਤੇ ਅੱਗੇ ਸਿੱਖਾਂ ਨਾਲ ਚਲੇ ਗਏ ਸਨ। ਜਦੋਂ ਉਹਨਾਂ ਨੇ ਘੇਰਾ ਪਾਇਆ, ਦਰਵਾਜ਼ਾ ਖੜਕਾਇਆ ਸੀ, ਇੰਨੀ ਦੇਰ ਨੂੰ ਨਿਹੰਗ ਖਾਂ ਨੂੰ ਆਵਾਜ਼ ਆਈ, ਨਿਹੰਗ ਖਾਂ ਜੇ ਆਪਣੀ ਜ਼ਿੰਦਗੀ ਦੀ ਸਲਾਮਤੀ ਚਾਹੁੰਨਾ, ਇਸੇ ਸਮੇਂ ਤੈਨੂੰ ਘਰ ਦਾ ਦਰਵਾਜ਼ਾ ਖੋਲਣਾ ਪਏਗਾ, ਤੇਰੇ ਘਰ ਦੀ ਤਲਾਸ਼ੀ ਅਸੀਂ ਲਵਾਂਗੇ। ਨਿਹੰਗ ਖਾਂ ਨੇ ਅਰਦਾਸ ਕੀਤੀ, ਗੁਰੂ ਕਲਗੀਧਰ ਪਾਤਸ਼ਾਹ ਮਿਹਰ ਕਰੋ ਮੇਰੇ ਮਾਲਕਾ, ਕਈ ਵਾਰ ਤੇਰੀ ਬਾਣੀ ਦਾ ਮੈਂ ਸ਼ਬਦ ਸੁਣਦਾ ਰਹਿਣਾ, ਪਰ ਅੱਜ ਉਹ ਸ਼ਬਦ ਦੇ ਵਰਤਨ ਦਾ ਸਮਾਂ ਆ ਗਿਆ। ਉਹ ਸ਼ਬਦ ਹੈ ਗੁਰਪੁਰ ਹੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਕਹਿਣ ਲੱਗੇ ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ, ਤਾਕੀ ਸ਼ਰਨ ਪਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਅੱਜ ਮੇਰੀ ਪੈਜ ਰੱਖ ਲਈ ਦਾਤਾ। ਜਦੋਂ ਉਹਨੇ ਅਰਦਾਸ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਦਾਸ ਆਪਣੇ ਦਰ ਤੇ ਕਬੂਲ ਕਰ ਲਈ। ਜਦੋਂ ਪੂਰੇ ਘਰ ਦੀ ਤਲਾਸ਼ੀ ਲਈ ਨਾ,
ਉਸ ਸਮੇਂ ਆਪਣੇ ਵੱਲੋਂ ਇੱਕ ਦਰਵਾਜ਼ੇ ਨੂੰ ਖੋਲਣ ਲੱਗੇ। ਜਿਸ ਘਰ ਵਿੱਚ ਦਰਵਾਜ਼ੇ, ਉਸ ਕਮਰੇ 'ਚ ਗੁਰੂ ਕਾ ਲਾਲ ਭਾਈ ਬਚਿੱਤਰ ਸਿੰਘ ਹੈ ਤੇ ਉਹਦੀ ਬੱਚੀ ਹੈ ਪਠਾਨ ਦੀ, ਉਹਦਾ ਨਾਮ ਮੁਮਤਾਜ ਹੈ। ਮੁਮਤਾਜ ਬੱਚੀ ਤੇ ਜਿਹੜਾ ਗੁਰੂ ਕਾ ਲਾਲ ਭਾਈ ਬਚਿੱਤਰ ਸਿੰਘ ਹੈ, ਇਸੇ ਥਾਂ ਤੇ ਆਪਣੇ ਵੱਲੋਂ ਅੰਦਰ ਕਮਰੇ 'ਚ ਨੇ। ਜਦੋਂ ਕਮਰੇ 'ਚ ਦਾਖਲ ਹੋਣ ਲੱਗੇ ਪਠਾਨ, ਨਿਹੰਗ ਖਾਨ ਨੇ ਕਿਹਾ ਵੀ ਗੁਸਤਾਖੀ ਮਾਫ, ਇਸ ਕਮਰੇ ਦੀ ਤਲਾਸ਼ੀ ਨਹੀਂ ਤੁਸੀਂ ਲੈ ਸਕਦੇ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਇਸ ਕਰਕੇ ਇਸ ਕਮਰੇ 'ਚ ਮੇਰੇ ਧੀ ਅਤੇ ਜਵਾਈ ਨੇ, ਇਸ ਕਰਕੇ ਇਸਲਾਮ ਇਸ ਗੱਲ ਨੂੰ ਬਿਲਕੁਲ ਪ੍ਰਵਾਨ ਕਰਦਾ ਵੀ ਕਿਸੇ ਦੀ ਤਲਾਸ਼ੀ ਘਰ ਦੀ ਕਮਰੇ ਦੀ ਲੈਣੀ ਇਹ ਗੁਨਾਹ ਹੁੰਦਾ। ਜਦੋਂ ਉਹਨਾਂ ਨੇ ਮੰਨੇ ਨਹੀਂ, ਥੋੜਾ ਦਰਵਾਜ਼ਾ ਖੁੱਲਾ ਸੀ, ਉਹਦੇ ਵਿੱਚੋਂ ਭਾਈ ਬਚਿੱਤਰ ਸਿੰਘ ਦੇ ਤਨ ਤੇ ਜ਼ਖਮ ਬੜੇ ਨੇ, ਜਿਹਨੂੰ ਕੋਟਲਾ ਨਿਹੰਗ ਖਾਨ ਦੀ ਬੱਚੀ ਮੁਮਤਾਜ਼ ਜ਼ਖਮਾਂ ਨੂੰ ਸਾਫ਼ ਕਰ ਰਹੀ ਹੈ। ਥੋੜਾ ਦਰਵਾਜ਼ਾ ਖੋਲ ਕੇ ਦੇਖਿਆ, ਇੰਜ ਲੱਗਾ ਵੀ ਹਕੀਕਤ 'ਚ ਇਹਦੇ ਜਵਾਈ ਤੇ ਇਹਦੀ ਧੀ ਅੰਦਰ ਹੈ। ਉਸੇ ਸਮੇਂ ਜਦੋਂ ਤਲਾਸ਼ੀ ਲੈ ਕੇ ਚਲੇ ਗਏ, ਉਸ ਤੋਂ ਬਾਅਦ ਬੱਚੀ ਨੇ ਆਪਣਾ ਪੱਲਾ ਅੱਡ ਕੇ ਆਪਣੇ ਪਿਤਾ ਬਾਪ ਨਿਹੰਗ ਖਾਨ ਦੇ ਕੋਲ ਇੱਕ ਬੇਨਤੀ ਕੀਤੀ। ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ ਦੇ ਸਿੱਖ ਪਿਤਾ ਜੀ, ਆਪ ਜੀ ਨੇ ਭਾਵੇਂ ਮੇਰਾ ਰਿਸ਼ਤਾ ਬਸੀ ਪਠਾਣਾ ਦੇ ਕਿਸੇ ਪਠਾਨ ਨਾਲ ਕੀਤਾ ਹੋਇਆ, ਮੈਂ ਉਹਦੇ ਨਾਲ ਮੰਗੀ ਹਾਂ, ਪਰ ਮੈਂ ਅੱਜ ਤੋਂ ਬਾਅਦ ਐਸੇ ਪਠਾਣਾ ਦੇ ਬੂਹਿਆਂ ਤੇ ਰੁਲਣਾ ਨਹੀਂ ਚਾਹੁੰਦੀ। ਜੇ ਤੁਸੀਂ ਤਲਾਸ਼ੀ ਲੈਣ ਲੱਗਿਆ, ਇਹਨਾਂ ਲੋਕਾਂ ਨੂੰ ਕਿਹਾ ਸੀ ਅੰਦਰ ਮੇਰੇ ਧੀ ਅਤੇ ਜਵਾਈ ਨੇ, ਮੈਨੂੰ ਹੁਣ ਗੈਰ ਕਿਸੇ ਦੇ ਘਰ ਵਿਆਹ ਨਾ, ਮੈਂ ਇਸੇ ਸ਼ਹੀਦ ਦੀ ਪਤਨੀ ਬਣ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਾਂਗੀ। ਮੈਂ ਸਾਰੀ ਜ਼ਿੰਦਗੀ ਕੁੰਵਾਰੀ ਕੱਟ ਲਵਾਂਗੀ, ਪਰ ਮੈਨੂੰ ਇੰਨਾ ਮਾਣ ਮੇਰੇ ਇਸ ਆਪਣੇ ਵੱਲੋਂ ਪਤੀ ਭਾਈ ਬਚਿੱਤਰ ਸਿੰਘ ਨਾਲ ਰਹੇਗਾ। ਭਾਵੇਂ ਮੇਰੀ ਕਾਇਆ ਪੂਰੀ ਜ਼ਿੰਦਗੀ ਕੁੰਵਾਰੀ ਮੈਂ ਆਪਣੇ ਆਪ ਨੂੰ ਰੱਖਾਂਗੀ। ਉਸੇ ਥਾਂ ਤੇ ਭਾਈ ਬਚਿੱਤਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਤਾ ਤੇ ਸੰਸਕਾਰ ਕੀਤਾ ਗਿਆ। ਉਸੇ ਥਾਂ ਤੇ ਕੋਟਲਾ ਨਿਹੰਗ ਖਾਂ ਵਿਖੇ ਇਸੇ ਬੱਚੀ ਮੁਮਤਾਜ਼ ਦਾ ਵੀ ਥਾਂ ਬਣਿਆ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਪਤੀ ਭਾਈ ਬਚਿੱਤਰ ਸਿੰਘ ਜੀ ਨੂੰ ਸੁਹਾਗਣ ਦਾ ਚਿੰਨ੍ਹ ਦਰਸਾ ਕੇ ਦੁਨੀਆ 'ਚ ਵੱਖਰੀ ਮਿਸਾਲ ਕਾਇਮ ਕੀਤੀ ਹੈ। ਮਾਲਕ ਕਹਿੰਦੇ ਨੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ, ਉਹੀ ਅਸਲ 'ਚ ਗੁਰੂ ਦੇ ਦਰ ਦੀ ਸੁਹਾਗਵਤੀ ਹੋ ਜਾਂਦੀ ਹੈ। ਨਹੀਂ ਤਾਂ ਦੁਨੀਆ 'ਚ ਨਾਂ ਰਖਾਉਣ ਨਾਲ ਕੋਈ ਸੁਹਾਗਣ ਨਹੀਂ, ਨਾਂ ਰਖਾਉਣ ਨਾਲ ਕੋਈ ਸਿੱਖ ਨਹੀਂ। ਮਾਲਕ ਬਾਣੀ 'ਚ ਕਹਿੰਦੇ ਨੇ ਲਾਲਨ ਰਾਵਿਆ ਕਵਨ ਗਤੀਰੀ, ਮੋਹੇ ਮੁਝੇ ਬਤਾਵੋ। ਕਹਿਣ ਲੱਗੇ ਮੋਹੇ ਬਤਾਵੋ, ਮੈਨੂੰ ਵੀ ਤਾਂ ਦੱਸ ਵੀ ਪਰਮਾਤਮਾ ਪਰਮੇਸ਼ਰ ਨੂੰ ਕਿਸ ਤਰ੍ਹਾਂ ਤੂੰ ਆਪਣੇ ਹਿਰਦੇ 'ਚ ਟਿਕਾਇਆ। ਕਹਿਣ ਲੱਗੇ ਮੂੰਹ ਲਾਲਨ ਸਿਓ ਪ੍ਰੀਤ ਬਣੀ, ਮੇਰੀ ਪਰਮਾਤਮਾ ਪਰਮੇਸ਼ਰ ਨਾਲ ਪਿਆਰ ਕਿਵੇਂ ਬਣ, ਇਸ ਦੀ ਉਪਾਸਨਾ, ਇਸ ਦੀ ਵਿਆਖਿਆ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਰਦੇ ਨੇ। ਆਓ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਸਤਿਗੁਰ ਦਾ ਮੁਬਾਰਕ ਬਚਨ ਹੈ ਜੀ। ਸੂਹੀ ਮਹਲਾ ਪੰਜਵਾਂ, ਧਨ ਸੁਹਾਗਣ ਜੋ ਪ੍ਰਭੂ ਪਛਾਨੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਨੇ ਸੂਹੀ ਰਾਗ 'ਚ। ਮਾਲਕ ਕਹਿੰਦੇ ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਉਹੀ ਸੁਹਾਗਣ ਹੈ ਜਿਹੜੀ ਆਪਣੇ ਪਤੀ ਪਰਮੇਸ਼ਰ ਨੂੰ ਪਹਿਚਾਨ ਲਏ, ਜਿਹਦੇ ਅੰਦਰ ਗੁਰੂ ਦਾ ਪਿਆਰ ਟਿਕ ਜਾਏ। ਇੱਕ ਬਚਨ ਹੋਰ ਸਮਝਣ ਦੀ ਬੜੀ ਲੋੜ ਹੈ। ਮਾਲਕ ਨੇ ਬਾਣੀ 'ਚ ਬਖਸ਼ਿਸ਼ ਕੀਤੀ ਹੈ ਵੀ ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਜੋ ਆਪਣੇ ਪਰਮਾਤਮਾ ਪਰਮੇਸ਼ਰ ਨਾਲ ਸਾਂਝ ਡੂੰਗੀ ਬਣਾ ਲਏ। ਇੱਕ ਬਚਨ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਐਨਿਸ ਫਿਰੈ ਜਲੰਤ। ਮਾਲਕ ਕਹਿੰਦੇ ਉਹਨਾਂ ਵਾਸਤੇ ਬਸੰਤ ਦੀ ਰੁੱਤ ਬੜੀ ਸੁਹਾਵਣੀ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਘਰ 'ਚ ਉਹਨਾਂ ਦਾ ਪਤੀ ਪਰਮੇਸ਼ਰ ਦੀ ਯਾਦ ਟਿਕੀ ਹੈ। ਭਾਵੇਂ ਬਸੰਤ ਰੁੱਤ ਹੋਵੇ, ਜੇ ਪਤੀ ਪਰਮੇਸ਼ਰ ਦੀ ਯਾਦ ਅੰਦਰ ਟਿਕੀ ਨਹੀਂ, ਮਾਲਕ ਕਹਿੰਦੇ ਉਹਨਾਂ ਦਾ ਅੰਦਰ ਤੇ ਸੜਦਾ ਤੇ ਬਲਦਾ ਹੀ ਰਹਿੰਦਾ। ਜਿਨ ਕੇ ਕੰਤ ਦਿਸਾਪੁਰੀ, ਜਿਨ੍ਹਾਂ ਦੇ ਰੱਬ ਪਰਮਾਤਮਾ ਪਰਮੇਸ਼ਰ ਜਿਨ੍ਹਾਂ ਦੇ ਅੰਦਰ ਤੋਂ ਦੂਰ ਹੋ ਗਏ, ਮਾਲਕ ਕਹਿੰਦੇ ਸੇ ਐਨਿਸ ਫਿਰੈ ਜਲੰਤ, ਉਹ ਤਾਂ ਦਿਨ ਰਾਤ ਆਪਣੇ ਵੱਲੋਂ ਸੜਦੀਆਂ ਨੇ, ਕਿਉਂਕਿ ਰੱਬ ਦੀ ਯਾਦ ਜਿੱਥੇ ਹੋਏ ਉਹੀ ਹਿਰਦਾ ਸਦਾ ਮਹਿਕਦਾ ਹੈ। ਜਿਸ ਘਰ ਵਿੱਚ ਰੱਬ ਦੀ ਯਾਦ ਨਹੀਂ, ਤਾਂ ਅੱਜ ਵੀ ਉਜੜਿਆ ਤੇ
ਕੱਲ ਵੀ ਉਜੜ ਗਿਆ। ਇਹ ਬਚਨ ਹੈ ਸਤਿਗੁਰ ਦੀ ਬਾਣੀ ਦਾ। ਕੌਤਕ ਕੋੜ ਤਮਾਸ਼ਿਆਂ ਚਿਤ ਨ ਆਵ ਸੁਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਉਹ ਥਾਂ ਤੇ ਗਰਕ ਜਾਏ ਜਿੱਥੇ ਮਾਲਕ ਪਰਮਾਤਮਾ ਦਾ ਨਾਮ ਹਿਰਦੇ 'ਚ ਟਿਕਿਆ ਨਹੀਂ, ਉਹ ਥਾਂ ਕਦੇ ਵਸਦਾ ਨਹੀਂ। ਜਿਸ ਥਾਂ ਤੇ ਗੁਰੂ ਦੇ ਚਰਨ, ਗੁਰੂ ਦੀ ਯਾਦ ਨਹੀਂ ਟਿਕੀ, ਅਸਲ 'ਚ ਉਹੀ ਥਾਂ ਵਸਦਾ ਜਿੱਥੇ ਗੁਰੂ ਆਪਣੇ ਮੁਬਾਰਕ ਚਰਨ ਪਾ ਦੇ। ਜਿਹਨੂੰ ਮਾਲਕ ਬਾਣੀ 'ਚ ਕਹਿੰਦੇ ਨੇ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹੀ ਸੁਹਾਗਣ ਹੈ ਜਿਹੜੀ ਮਾਲਕ ਪਰਮਾਤਮਾ ਨੂੰ ਭਾ ਜਾਂਦੀ ਹੈ। ਮਾਨੈ ਹੁਕਮ ਤਜੈ ਅਭਿਮਾਨੈ। ਹੁਕਮ ਤਾਂ ਹੀ ਮੰਨ ਸਕਦਾ ਬੰਦਾ ਜੇ ਕਿਤੇ ਆਪਣੇ ਮਾਨ ਨੂੰ ਤਿਆਗ ਦੇ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਅਸੀਂ ਰੋਜ਼ ਜਪਜੀ ਸਾਹਿਬ 'ਚ ਪੜ੍ਹਨੇ ਆ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਇ। ਹੰਕਾਰ ਹੋਏਗਾ ਤੇ ਬੰਦਾ ਭਾਣਾ ਨਹੀਂ ਮੰਨ ਸਕਦਾ, ਹੁਕਮ ਨਹੀਂ ਮੰਨ ਸਕੇਗਾ। ਜਿਹੜਾ ਬੰਦਾ ਹੁਕਮ ਮੰਨਦਾ ਉਹਦੇ ਅੰਦਰ ਕਦੇ ਹੰਕਾਰ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਜਿਸ ਪਰਖ ਵਿੱਚੋਂ ਪੂਰਾ ਕੀਤਾ, ਜੇ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਲਹਿਣਿਆ ਅੱਧੀ ਰਾਤ ਧਰਮਸ਼ਾਲਾ ਦੀ ਜਿਹੜੀ ਇਹ ਦੀਵਾਰ ਹੈ ਇਹ ਡਿੱਗ ਗਈ ਮੀਂਹ ਬਰਸਾਤ ਕਰਕੇ, ਇਸ ਕਰਕੇ ਸਵੇਰ ਦੀ ਇੰਤਜ਼ਾਰ ਨਹੀਂ ਕਰਨੀ, ਇਸੇ ਰਾਤ ਹੁਣੇ ਤੁਸੀਂ ਬਣਾਓਗੇ। ਗਲ ਵਿੱਚ ਪੱਲਾ ਪਾ ਕੇ ਕਿਹਾ, ਦਾਤਾ ਜਿਵੇਂ ਤੁਹਾਡਾ ਹੁਕਮ ਹੋਏ ਦਾਤਾ, ਮੈਂ ਅੱਧੀ ਰਾਤ ਵੀ ਕੰਧ ਨੂੰ ਉਸਾਰਨ ਲਈ ਤਿਆਰ ਹਾਂ। ਭਾਵੇਂ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਪੁੱਤਰਾਂ ਨੇ ਵੀ ਇੱਥੋਂ ਤੱਕ ਬਚਨ ਕਿਹਾ ਵੀ ਸੱਚੇ ਪਾਤਸ਼ਾਹ ਪਿਤਾ ਜੀ, ਬਜ਼ੁਰਗੀ ਦੇ ਕਾਰਨ ਤੁਹਾਨੂੰ ਸ਼ਾਇਦ ਕੋਈ ਚੇਤਾ ਨਹੀਂ ਰਹਿੰਦਾ, ਇਸ ਕਰਕੇ ਕੋਈ ਬਹੁਤੀ ਗੱਲ ਨਹੀਂ ਵੀ ਕੰਧ ਟੁੱਟੀ ਹੈ ਸਵੇਰੇ ਬਣਾ ਲਵਾਂਗੇ, ਇੰਨੀ ਕਿਹੜੀ ਮਜਬੂਰੀ ਹੈ। ਪਰ ਜਦੋਂ ਭਾਈ ਲਹਿਣਾ ਜੀ ਨੂੰ ਕਿਹਾ ਗਿਆ, ਦਾਤਾ ਮੇਰਾ ਕੰਮ ਹੈ ਤੁਹਾਡੇ ਹੁਕਮ ਨੂੰ ਮੰਨਣਾ, ਤੇ ਅਸਲ 'ਚ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ, ਮਾਲਕ ਬਾਣੀ 'ਚ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਮਾਲਕ ਪਰਮਾਤਮਾ ਦਾ ਹੁਕਮ ਮੰਨਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਕਿਰਪਾ ਕੀਤੀ, ਭਾਈ ਲਹਿਣਾ ਜੀ ਨੂੰ ਆਪਣੇ ਅੰਗਾਂ ਨਾਲ ਲਾ ਕੇ ਭਾਈ ਲਹਿਣਾ ਨਹੀਂ ਰਹਿਣ ਦਿੱਤੇ, ਉਹਨਾਂ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬਣਾ ਲਿਆ। ਮਾਲਕ ਕਹਿੰਦੇ ਜਿਹੜਾ ਆਪਣੀ ਜ਼ਿੰਦਗੀ 'ਚ ਹੁਕਮ ਮੰਨਦਾ, ਉਹ ਹੋਣ ਨੂੰ ਤਿਆਗ ਦਿੰਦਾ, ਤਜ ਅਭਿਮਾਨ ਆਪਣੇ ਹਿਰਦੇ ਵਿੱਚੋਂ ਅਭਿਮਾਨ ਮਾਨ ਨੂੰ ਤਿਆਗ ਦਿੰਦਾ। ਮੰਨੈ ਹੁਕਮ ਤਜੈ ਅਭਿਮਾਨੈ। ਮਾਲਕ ਪਰਮਾਤਮਾ ਦਾ ਹੁਕਮ ਮੰਨਦੀ ਹੈ ਉਹ ਇਸਤਰੀ, ਤੇ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਜੁੜਦੀ ਹੈ। ਪ੍ਰੇਸਿਓ ਰਾਤੀ ਰਲੀਆਂ ਮਾਨੈ। ਉਹਦੇ ਉੱਪਰ ਹੁਣ ਮਾਲਕ ਦੀ ਕਿਰਪਾ ਵਰਤੀ ਹੈ, ਜਿਨੇ ਆਪਣੇ ਪਤੀ ਪਰਮੇਸ਼ਰ ਦੇ ਕਹਿਣੇ ਵਿੱਚ ਆ ਗਈ। ਜਿਹੜੇ ਮਾਲਕ ਪਰਮਾਤਮਾ ਦੇ ਗੁਣਾਂ ਨੂੰ ਹਿਰਦੇ 'ਚ ਧਾਰਨ ਕਰਨ ਲੱਗ ਪਏ, ਮਾਲਕ ਕਹਿਣ ਲੱਗੇ ਹੁਣ ਸਾਈਂ ਪਰਮਾਤਮਾ ਦੀ ਹਰ ਖੁਸ਼ੀ ਉਹਦੇ ਨਾਲ ਸਾਂਝੀ ਹੁੰਦੀ ਹੈ। ਇਸੇ ਕਰਕੇ ਮਾਲਕ ਬਾਣੀ 'ਚ ਕਹਿੰਦੇ ਨੇ, ਬੱਚੀ ਭਾਵੇਂ 16 ਤਰ੍ਹਾਂ ਦੇ ਸ਼ਿੰਗਾਰ ਵੀ ਤਨ ਤੇ ਹੰਢਾ ਲੇ, ਪਰ ਜੇ ਉਹਦੇ ਪਤੀ ਪਰਮੇਸ਼ਰ ਨੂੰ ਭਾਈ ਨਹੀਂ ਤੇ ਖਿਮਾ ਕਰਿਓ, ਸ਼ਿੰਗਾਰ ਉਹਦੇ ਕਿਸੇ ਕੰਮ ਨਹੀਂ ਆਉਂਦੇ। ਮਾਲਕ ਨੇ ਬਾਣੀ 'ਚ ਕਿਰਪਾ ਕੀਤੀ ਹੈ, ਜਿਹੜਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਜੁੜਦਾ, ਅਸਲ 'ਚ ਉਹਦੇ ਅੰਦਰ ਦੇ ਸ਼ਿੰਗਾਰ ਕੀਤੇ ਵੀ ਤਾਂ ਹੀ ਕਾਮਯਾਬ ਨੇ। ਜੇ ਕਿਤੇ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਹੁਕਮ ਨੂੰ ਮੰਨਣ ਲੱਗ ਜਾਏ, ਬਾਹਰੀ ਤੌਰ ਤੇ ਕੀਤਾ ਸ਼ਿੰਗਾਰ ਹੋਵੇ ਤੇ ਗੁਰੂ ਦੇ ਭਾਣੇ ਨੂੰ ਅਸੀਂ ਮੰਨੀਏ ਨਾ, ਗੁਰੂ ਦੇ ਬਚਨਾਂ ਨੂੰ ਪੜ੍ਹੀਏ ਨਾ, ਤਾਂ ਗੁਰੂ ਦੇ ਦਰ ਤੇ ਸਾਨੂੰ ਖੁਸ਼ੀ ਨਹੀਂ ਨਸੀਬ ਹੋ ਸਕਦੀ। ਮਾਲਕ ਕਹਿੰਦੇ ਉਹ ਜੀਵ ਰੂਪੀ ਇਸਤਰੀ ਮਾਲਕ ਪਰਮਾਤਮਾ ਦੇ ਦਰ ਤੇ ਇੱਕਮਿਕ ਹੋ ਗਈ। ਸਾਈਂ ਉਹਦੇ ਗੱਲ ਨੂੰ ਜੋ ਵੀ ਬਚਨ ਮਾਲਕ ਕਰਦਾ, ਉਹਦੀ ਜਿਹੜੀ ਜੀਵ ਰੂਪੀ ਇਸਤਰੀ ਵਡਭਾਗਣ ਹੈ ਉਹਨੂੰ ਖਿੜੇ ਮੱਥੇ ਮੰਨਦੀ ਹੈ। ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਮਾਲਕ ਕਹਿੰਦੇ ਇਹ ਜੀਵ ਰੂਪੀ ਇਸਤਰੀ ਹੈ, ਸਖੀ ਹੈ, ਸਹੇਲੀਏ, ਇੱਕ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਸੁਣ ਲਾ। ਇੱਕ ਗੁਣ ਹੈ ਨਿਸ਼ਾਨੀ ਦਾ, ਉਹ ਨਿਸ਼ਾਨੀ ਦਾ ਜ਼ਿਕਰ ਸਤਿਗੁਰੂ ਬਚਨਾਂ 'ਚ ਕਰ ਰਹੇ ਹਨ। ਮਨ ਤਨ ਅਰਪ ਤਜ ਲਾਜ ਲੋਕਾਨੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਮੁਬਾਰਕ ਬਚਨ ਹੈ। ਮਾਲਕ ਕਹਿਣ ਲੱਗੇ, ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਇੱਕ ਕੁਐਸਚਨ ਮਾਰਕ ਸਵਾਲ ਕੀਤਾ ਸਤਿਗੁਰ ਨੇ। ਉਸ ਮਾਲਕ ਪਰਮਾਤਮਾ ਦਾ ਦੁਆਰਾ ਮਿਲੇ ਕਿਵੇਂ, ਮਾਲਕ ਦੇ ਦਰ ਤੇ ਜੁੜੀਏ ਕਿਵੇਂ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਮਾਲਕ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ,
ਹੁਕਮ ਮੰਨਿਆ ਪਾਈਐ। ਜੇ ਬੰਦਾ ਆਪਣੇ ਗੁਰੂ ਦੇ ਦਰ ਤੇ ਤਨ ਭੇਟ ਕਰਦਾ ਤੇ ਤਾਂ ਵੀ ਗੱਲ ਨਹੀਂ ਬਣਦੀ। ਜੇ ਗੁਰੂ ਦੇ ਦਰ ਤੇ ਬੰਦਾ ਦੁਨਿਆਵੀ ਧਨ ਪਦਾਰਥ ਭੇਟ ਕਰਦਾ ਤਾਂ ਵੀ ਗੱਲ ਨਹੀਂ ਬਣਦੀ। ਤੇ ਮਾਲਕ ਕਹਿੰਦੇ ਜਿੱਥੇ ਤਨ ਤੇ ਧਨ ਤੂੰ ਭੇਟ ਕੀਤਾ ਗੁਰੂ ਦੇ ਚਰਨਾਂ 'ਚ, ਉੱਥੇ ਆਪਣਾ ਮਨ ਵੀ ਗੁਰੂ ਦੇ ਚਰਨਾਂ 'ਚ ਭੇਟ ਕਰ। ਜਿਹੜਾ ਮਨ ਬੰਦਾ ਆਪਣੀ ਜ਼ਿੰਦਗੀ 'ਚ ਪਾਪਾਂ ਦਾ ਭਾਰ ਚੁੱਕੀ ਫਿਰਦਾ, ਅਸੀਂ ਗੁਰੂ ਦੇ ਦਰ ਤੇ ਧਨ ਭੇਟਾ ਵੀ ਕਰਨੇ ਆ, ਮਨ ਵੀ ਗੁਰੂ ਦੀ ਗੋਦ 'ਚ ਲੈ ਆਉਨੇ ਆ, ਪਰ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਸੰਕਟ ਦਾ ਕਾਰਨ ਬਣਿਆ, ਮਨ ਅਸੀਂ ਗੁਰੂ ਦੇ ਚਰਨਾਂ 'ਚ ਭੇਟ ਨਹੀਂ ਕਰਦੇ। ਜਿਨ੍ਹਾਂ ਨੇ ਮਨ ਗੁਰੂ ਦੇ ਚਰਨਾਂ 'ਚ ਭੇਟ ਕਰ ਦੇਣਾ, ਮਾਲਕ ਕਹਿੰਦੇ ਉਹਨਾਂ ਦੀ ਜ਼ਿੰਦਗੀ 'ਚ ਵਾਹਿਗੁਰੂ ਪਰਮਾਤਮਾ ਦੇ ਖਿਆਲ, ਵਾਹਿਗੁਰੂ ਪਰਮਾਤਮਾ ਦੀ ਬਾਣੀ ਆਪਣੇ ਆਪ ਅੰਦਰ ਟਿਕ ਜਾਂਦੀ ਹੈ। ਮਾਲਕ ਕਹਿੰਦੇ ਨਿਸ਼ਾਨੀ ਹੈ ਇੱਕ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦੀ। ਮਨ ਤਨ ਅਰਪ, ਆਪਣਾ ਮਨ ਤੇ ਤਨ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ, ਤਜ ਲਾਜ ਲੁਕਾਨੀ। ਦੁਨਿਆਵੀ ਤੌਰ ਤੇ ਲਾਜ ਦੀ ਕਿਸੇ ਵੀ ਬੰਦੇ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਅਕਸਰ ਜਦੋਂ ਬੰਦਾ ਕਿਤੇ ਧਾਰਮਿਕ ਦੁਨੀਆ ਵਿੱਚ ਕਦਮ ਰੱਖ ਕੇ ਸਫ਼ਰ ਦੀ ਰਮਤਾ ਕਰਦਾ ਨਾ, ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਉਹਦੇ ਸਾਹਮਣੇ ਆਉਂਦੀਆਂ ਨੇ, ਪਰ ਦੁਨਿਆਵੀ ਤੌਰ ਤੇ ਬੰਦੇ ਵੀ ਤਾਣੇ ਮੇਣੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਦੇਖੋ ਜੀ ਬੜਾ ਚੰਗਾ ਭਗਤ ਪ੍ਰਗਟ ਹੋ ਗਿਆ ਦੁਨੀਆ 'ਚ, ਹਰ ਸਮੇਂ ਨੂੰ ਤੇ ਸਿਮਰਨ ਤੋਂ ਬਿਨਾਂ, ਰੱਬ ਦੀ ਬੰਦਗੀ ਤੋਂ ਬਿਨਾਂ ਦੂਜਾ ਕੰਮ ਹੀ ਕੋਈ ਨਹੀਂ। ਹਰ ਇੱਕ ਬੰਦੇ ਨੂੰ ਕਹੀ ਜਾਂਦਾ ਵੀ ਬਾਣੀ ਪੜਿਆ ਕਰੋ, ਹਰ ਇੱਕ ਬੰਦੇ ਨੂੰ ਕਹਿੰਦਾ ਤੁਸੀਂ ਸਿਮਰਨ ਕਰਿਆ ਕਰੋ। ਮਾਲਕ ਕਹਿਣ ਲੱਗੇ ਦੁਨਿਆਵੀ ਲੋਕਾਂ ਦੀ ਸੋਚ ਤੇ ਰੱਬ ਪਰਮਾਤਮਾ ਦੇ ਭਗਤਾਂ ਦੇ ਪਿਆਰਿਆਂ ਦੀ ਸੋਚ 'ਚ ਇਹੀ ਫਰਕ ਹੈ। ਜਿਹੜੇ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਅਕਸਰ ਦੁਨੀਆ ਦੇ ਲੋਕਾਂ ਨੂੰ ਕਮਲੇ ਤੇ ਝੱਲੇ ਲੱਗਦੇ ਨੇ, ਪਰ ਬਾਬਾ ਕਬੀਰ ਸਾਹਿਬ ਨੇ ਲੋਕਾਂ ਦੇ ਗੱਲਾਂ ਦੀ ਬਿਲਕੁਲ ਪਰਵਾਹ ਨਹੀਂ ਮੰਨੀ। ਆਪਣੇ ਵੱਲੋਂ ਰਸਨਾ ਤੋਂ ਸ਼ਰੇਆਮ ਲੋਕਾਂ ਨੂੰ ਬਚਨ ਕਿਹਾ। ਲੋਕ ਕਹਿੰਦੇ ਕਬੀਰ ਬੌਰਾ ਹੈ, ਲੋਕਾਂ ਨੇ ਕਿਹਾ ਕਬੀਰ ਸਾਹਿਬ ਕਮਲੇ ਹੋ ਗਏ। ਦੇਖੋ ਸ਼ਬਦ ਨੇ ਗੁਰੂ ਦੀ ਬਾਣੀ ਦੇ, ਮੈਨੂੰ ਕਹਿਣੇ ਪੈਣਗੇ, ਮਜਬੂਰੀ ਹੈ ਮੇਰੀ। ਕਬੀਰ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਲੋਕਾਂ ਨੇ ਮੈਨੂੰ ਕਿਹਾ ਵੀ ਮੈਂ ਬੌਰਾ ਹੋ ਗਿਆ, ਲੋਕਾਂ ਨੇ ਮੈਨੂੰ ਕਿਹਾ ਮੈਂ ਝੱਲਾ ਹੋ ਗਿਆ, ਪਰ ਮੈਨੂੰ ਕੋਈ ਪੁੱਛ ਕੇ ਦੇਖੇ ਮੈਨੂੰ ਝੱਲਾ ਤੇ ਮਾਲਕ ਪਰਮਾਤਮਾ ਦੇ ਇਸ਼ਕ ਨੇ ਬਣਾ ਦਿੱਤਾ। ਉੱਥੇ ਬਚਨ ਹੈ ਕਬੀਰ ਸਾਹਿਬ ਦਾ, ਕਹਿਣ ਲੱਗੇ ਲੋਕ ਕਹੇ ਕਬੀਰ ਬੌਰਾਨਾ। ਕਹਿਣ ਲੱਗੇ ਲੋਕ ਤਾਂ ਕਹਿੰਦੇ ਨੇ ਵੀ ਲੋਕ ਕਬੀਰ ਸਾਹਿਬ ਬੌਰੇ ਹੋ ਗਏ, ਮੈਂ ਬੌਰਾ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਬੌਰਾ। ਕਹਿਣ ਲੱਗੇ ਆਪ ਨਾ ਬੌਰਾ, ਰਾਮ ਕੀਆ ਬੌਰਾ, ਮੈਂ ਆਪ ਨਹੀਂ ਕਮਲਾ ਹੋਇਆ, ਮੈਨੂੰ ਮਾਲਕ ਪਰਮਾਤਮਾ ਦੇ ਪਿਆਰ 'ਚ ਸਾਈਂ ਪਰਮਾਤਮਾ ਨੇ ਕਮਲਿਆ ਕਰ ਦਿੱਤਾ। ਇੱਕ ਬਚਨ ਹੋਰ ਤੁਸੀਂ ਸਮਝਿਓ, ਸਤਿਗੁਰ ਦੀ ਬਾਣੀ ਦਾ ਨਿਰਮਲ ਫੈਸਲਾ ਹੈ। ਮਾਲਕ ਕਹਿੰਦੇ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਜਿਹੜੇ ਅਸੀਂ ਸੰਸਾਰੀ ਬੰਦੇ ਆ ਉਹਨਾਂ ਦੀ ਸੋਚ ਵੱਖਰੀ ਹੈ, ਤੇ ਜਿਹੜੇ ਮਾਲਕ ਪਰਮਾਤਮਾ ਦੇ ਭਗਤ ਨੇ ਉਹਨਾਂ ਦੀ ਸੋਚ ਤੇ ਸਾਡੀ ਸੋਚ ਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ। ਦੇਖੋ ਅਸੀਂ ਤਾਂ ਜਿੱਥੋਂ ਤੱਕ ਸਾਡੀ ਸੋਚ ਹੈ ਉਨੀ ਕੁ ਗੱਲ ਅਸੀਂ ਕਰਾਂਗੇ। ਦੁਨਿਆਵੀ ਤੌਰ ਤੇ ਵਸਣ ਵਾਲੇ ਪੈਸੇ ਦੀ ਗੱਲ ਬੰਦਾ ਕਰ ਲਏਗਾ, ਧਨ ਪਦਾਰਥਾਂ ਦੀ ਗੱਲ ਕਰ ਲਏਗਾ, ਜ਼ਮੀਨ ਜਾਇਦਾਦ ਕੋਠੀਆਂ ਕਾਰਾਂ ਦੀ ਗੱਲ ਕਰੇਗਾ, ਪਰ ਜਿਹੜੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਪਿਆਰੇ ਸੰਸਾਰ 'ਚ ਰਹਿੰਦੇ ਨੇ, ਪਰ ਚਿੱਤ ਉਹਨਾਂ ਦਾ ਨਿਰੰਕਾਰ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਇਸੇ ਕਰਕੇ ਜੇ ਭਗਤ ਦੀ ਇੰਨੀ ਵੱਡੀ ਉਪਮਾ ਮਾਲਕ ਨੇ ਬਾਣੀ 'ਚ ਕੀਤੀ। ਮਾਲਕ ਕਹਿੰਦੇ ਜਿਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹ ਲਿਆ, ਇੱਕ ਰੱਬ ਪਰਮਾਤਮਾ ਦਾ ਭਗਤ ਇਸ ਤਰ੍ਹਾਂ ਦਾ ਹੈ ਜਿਨੇ ਆਪਣੇ ਵੱਲੋਂ ਉਹਨੂੰ ਆਪਣੇ ਮੱਥੇ ਨਹੀਂ ਲਾਇਆ, ਉਹਨਾਂ ਦੇ ਚਰਨਾਂ ਦੀ ਦਾਸੀ ਮਾਇਆ ਗੁਲਾਮ ਬਣ ਕੇ ਰਹਿ ਗਈ। ਉੱਥੇ ਬਚਨ ਹੈ ਕਬੀਰ ਸਾਹਿਬ ਦਾ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਭਗਤਨ ਕੀ ਬੈਰਨ, ਵੈਰਨ ਹੈ ਭਗਤਾਂ ਦੀ ਮਾਇਆ। ਮਾਲਕ ਕਹਿੰਦੇ ਤੀਨ ਲੋਕ ਕੀ ਪਿਆਰੀ, ਤਿੰਨਾਂ ਲੋਕਾਂ ਨੂੰ ਆਪਣੇ ਵੱਲੋਂ ਪਿਆਰ ਹੈ, ਤੇ ਮਾਇਆ ਦੇ ਨਾਲ ਰੱਬ ਨਾਲ ਪਿਆਰ ਕਿਸੇ ਵਿਰਲੇ ਨੂੰ ਹੁੰਦਾ। ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਕੋਟਨ ਮੈਂ ਨਾਨਕ ਕਹੂ, ਜਿਹੜਾ ਰੱਬ ਪਰਮਾਤਮਾ ਦੇ ਘਰ 'ਚ ਜੁੜਿਆ ਉਹਦੀ ਗਿਣਤੀ ਹਜ਼ਾਰ 'ਚੋਂ ਨਹੀਂ, ਉਹਦੀ ਗਿਣਤੀ ਲੱਖਾਂ 'ਚੋਂ ਨਹੀਂ, ਕੋਈ ਵਿਰਲਾ ਕਰੋੜਾਂ 'ਚੋਂ ਕੋਈ ਵਿਰਲਾ ਹੈ। ਨਾਰਾਇਣ ਜਿਹ ਚੀਤ, ਜਿਹੜਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਵਸਾ ਲੈਂਦਾ। ਇਸ ਤਰ੍ਹਾਂ ਦੇ ਬਚਨ ਸਤਿਗੁਰ ਕਰ ਰਹੇ ਹਨ। ਰਹਾਉ ਇਹ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਰਹਾਵ ਵਿੱਚ ਬਚਨ ਬਖਸ਼ਿਸ਼ ਕੀਤੇ ਹਨ ਜੀ। ਸਖੀ ਸਹੇਲੀ ਕੋ ਸਮਝਾਵੇ,
ਹੁਣ ਇੱਕ ਜੀਵ ਰੂਪੀ ਇਸਤਰੀ ਸੁਹਾਗਣ ਦੂਜੀ ਸੁਹਾਗਣ ਨੂੰ ਇੱਕ ਗੱਲ ਕਹਿੰਦੀ ਸਮਝਾ ਰਹੀ ਹੈ। ਕੀ ਸਮਝਾ ਰਹੀ? ਅੱਗੇ ਸਤਿਗੁਰ ਵਿਆਖਿਆ ਕਰ ਰਹੇ ਹਨ। ਸੋਈ ਕਮਾਵੈ ਜੋ ਪ੍ਰਭ ਭਾਵੈ। ਜੇ ਤੂੰ ਪਰਮਾਤਮਾ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਣਾ, ਜੋ ਮਾਲਕ ਪਰਮਾਤਮਾ ਨੂੰ ਪਾਉਂਦਾ ਉਹੀ ਕੁਝ ਆਪਣੀ ਜ਼ਿੰਦਗੀ 'ਚ ਕਮਾਇਆ ਕਰ। ਸਤਿਗੁਰ ਨੂੰ ਪਾਉਂਦਾ ਵੀ ਘਰ ਵਿੱਚ ਬੱਚੀ ਤੇਰੇ ਧੀ ਦੀ ਤੈਨੂੰ ਦਾਤ ਮਿਲਣੀ, ਬੰਦਾ ਕਹਿੰਦਾ ਫੈਸਲਾ ਮੈਨੂੰ ਮਨਜ਼ੂਰ ਕੋਈ ਨਹੀਂ, ਇਸ ਕਰਕੇ ਮੈਂ ਬੱਚੀ ਦਾ ਭਾਵੇਂ ਕੁੱਖ ਵਿੱਚ ਹੀ ਕਤਲ ਕਰਨਾ ਪਏ, ਮੈਂ ਤੇਰੇ ਕੀਤੇ ਨੂੰ ਤੇਰੇ ਅਹਿਸਾਨ ਨੂੰ ਬਿਲਕੁਲ ਨਹੀਂ ਸਮਝਦਾ। ਮਾਲਕ ਕਹਿੰਦੇ ਜਿੰਨਾ ਮਰਜ਼ੀ ਤੂੰ ਯਤਨ ਕਰ ਲਾ, ਜੇ ਗੁਰੂ ਦੀ ਰਜ਼ਾ ਤੋਂ ਭਾਣੇ ਵਿੱਚੋਂ ਬਾਗੀ ਹੋ ਕੇ ਜ਼ਿੰਦਗੀ ਜੀਏਗਾ, ਸੱਚ ਜਾਣੀ ਇੱਥੇ ਵੀ ਤੈਨੂੰ ਸਜ਼ਾ ਤੇ ਰੱਬ ਦੇ ਘਰ ਵਿੱਚ ਵੀ ਤੈਨੂੰ ਸਜ਼ਾ ਮਿਲੇਗੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਮਨ ਦੀ ਮਰਜ਼ੀ ਵਰਦਾ ਨਾ, ਮਾਲਕ ਕਹਿੰਦੇ ਉਹ ਤਾਂ ਇੱਥੇ ਵੀ ਦੁਖੀ ਹੈ ਤੇ ਰੱਬ ਦੇ ਘਰ 'ਚ ਦੁਖੀ ਹੈ। ਉਹਨੂੰ ਸੱਟਾਂ ਤੋਂ ਇਲਾਵਾ, ਮਾਰ ਤੋਂ ਇਲਾਵਾ ਕੁਝ ਵੀ ਆਪਣੇ ਵੱਲੋਂ ਹਾਸਲ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਪਰਮਾਤਮਾ ਪਰਮੇਸ਼ਰ ਨੇ ਤੈਨੂੰ ਕਿਹਾ, ਉਸੇ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਮੰਨਣ ਦੀ ਜਾਚ ਸਿੱਖਿਆ ਕਰ। ਜਦੋਂ ਗੁਰੂ ਜੋ ਵੀ ਬਚਨ ਕਰਦੇ ਉਹਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਿਆ ਕਰ। ਬੜਾ ਔਖਾ ਕਠਨ ਹੈ, ਕਿਉਂਕਿ ਜੋ ਵੀ ਗੁਰੂ ਸਾਹਿਬ ਸਾਨੂੰ ਆਪਣੀ ਰਸਨਾ ਤੋਂ ਬਚਨ ਕਰਦੇ ਨੇ, ਕੋਈ ਵਿਰਲਾ ਹੁੰਦਾ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨੇ, ਨਹੀਂ ਤਾਂ ਸਾਰਾ ਸੰਸਾਰ ਬਸ ਜ਼ੁਬਾਨ ਤੋਂ ਪੜਿਆ, ਕੰਨਾਂ ਤੋਂ ਸੁਣ ਲਿਆ, ਮਨ ਵਿੱਚ ਵਸਾਉਣ ਦੀ ਇੱਕ ਵੀ ਬੰਦਾ ਕਿਤੇ ਯਤਨ ਨਹੀਂ ਕਰਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਸਿੱਖਿਆ ਨੂੰ ਵੀ ਤੂੰ ਸੁਣ ਲੈ, ਮਾਲਕ ਕਹਿੰਦੇ ਤੇਰੇ ਮੱਤ ਵਿੱਚ ਗੁਰੂ ਆਪਣੇ ਵੱਲੋਂ ਨਾਮ ਅਨਮੋਲਕ ਮੋਤੀ ਟਿਕਾ ਦੇਣਗੇ। ਜੋ ਗੁਰੂ ਨੇ ਬਚਨ ਕਿਹਾ ਉਹਨੂੰ ਆਪਣੀ ਜ਼ਿੰਦਗੀ 'ਚ ਮੰਨਿਆ ਕਰ ਬੱਚੀਏ। ਇਹ ਜੀਵ ਰੂਪੀ ਇਸਤਰੀ ਜੋ ਮੰਨੇਗੀ, ਮਾਲਕ ਪਰਮਾਤਮਾ ਨੇ ਜੋ ਕਿਹਾ ਉਹਨੂੰ ਆਪਣੀ ਜ਼ਿੰਦਗੀ 'ਚ ਕਮਾ, ਤੇ ਫਿਰ ਸਤਿਗੁਰ ਦੀ ਕਿਰਪਾ ਵਰਤਦੀ ਹੈ। ਸਾ ਸੁਹਾਗਣ ਅੰਕ ਸਮਾਵੈ। ਉਹ ਜਿਹੜੀ ਜੀਵ ਰੂਪੀ ਇਸਤਰੀ ਸੁਹਾਗਣ ਹੈ, ਉਹ ਮਾਲਕ ਪਰਮਾਤਮਾ ਦੇ ਦਰ ਤੇ ਸਮਾਉਂਦੀ ਹੈ, ਭਾ ਜਾਂਦੀ ਹੈ। ਜੋ ਮਾਲਕ ਨੇ ਕਿਹਾ ਉਹਨੂੰ ਮੰਨ ਲੈਂਦੀ ਹੈ। ਇੱਕ ਬਚਨ ਹੋਰ ਤੁਸੀਂ ਸਮਝਿਓ, ਸਤਿਗੁਰ ਨੇ ਬਾਣੀ 'ਚ ਜਿਹੜੇ ਉਪਦੇਸ਼ ਦਿੱਤੇ ਨੇ, ਜ਼ਿਆਦਾ ਨਹੀਂ, ਬਸ ਇੱਕ ਹੀ ਸ਼ਬਦ ਅਸੀਂ ਆਪਣਾ ਤੁਹਾਡੇ ਸਾਹਮਣੇ ਮੈਂ ਰੱਖਾਂ। ਗੁਰੂ ਮਾਲਕ ਬਾਣੀ 'ਚ ਕਿਰਪਾ ਕਰਦੇ ਨੇ। ਸੁਖਮਨੀ ਸਾਹਿਬ ਦਾ ਪਵਿੱਤਰ ਬੋਲ ਹੈ। ਮਾਲਕ ਬਾਣੀ 'ਚ ਕਹਿੰਦੇ ਨੇ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਮੰਨ ਲਓ ਵੀ ਬੰਦਾ ਹੁਣ ਇਹ ਰਸਨਾ ਤੋਂ ਪੜਦਾ, ਸਤਿਗੁਰ ਨੇ ਬਾਣੀ 'ਚ ਦੋ ਗੱਲਾਂ ਕੀਤੀਆਂ, ਇੱਕ ਸ਼ਬਦ ਹੁੰਦਾ ਹੱਕ, ਇੱਕ ਸ਼ਬਦ ਹੁੰਦਾ ਫਰਜ਼। ਜਦੋਂ ਵੀ ਕਿਸੇ ਦੇ ਕੋਲ ਬੰਦਾ ਕੋਈ ਨੌਕਰੀ ਲਈ ਜਾਏ ਨਾ, ਉਹ ਬੰਦਾ ਕਹਿੰਦਾ ਮੇਰਾ ਇੰਨਾ ਹੱਕ ਬਣਦਾ ਵੀ ਮੈਨੂੰ ਇਹ ਮਿਲਣਾ ਚਾਹੀਦਾ, ਮੇਰਾ ਹੱਕ ਹੈ ਇਸ ਗੱਲ ਤੇ ਉਹਦਾ ਮਾਲਕ ਅੱਗੋਂ ਕਹਿੰਦਾ ਵੀ ਹੱਕ ਤੈਨੂੰ ਦੇਣ ਲਈ ਤਿਆਰ ਆ, ਪਰ ਆਪਣਾ ਫਰਜ਼ ਵੀ ਤੂੰ ਪਹਿਚਾਣ। ਐਵੇਂ ਗੱਲਾਂ ਨਾਲ ਬੰਦਾ ਦਾਅਵਾ ਕਰੀ ਜਾਏ ਮੇਰਾ ਹੱਕ ਬਣਦਾ, ਸਤਿਗੁਰੂ ਕਹਿੰਦੇ ਹੱਕ ਤਾਂ ਤੈਨੂੰ ਦੇਾਂਗੇ, ਪਰ ਤੇਰਾ ਫਰਜ਼ ਹੈ, ਉਹ ਫਰਜ਼ ਨੂੰ ਤਾਂ ਤੂੰ ਪਹਿਚਾਣ। ਇੱਕ ਬਚਨ ਅਸੀਂ ਉਦਾਹਰਨ ਦੇ ਤੌਰ ਤੇ ਲੈ ਲਈਏ। ਮਾਲਕ ਬਾਣੀ 'ਚ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੈ। ਹੁਣ ਬੰਦਾ ਇਸ ਜ਼ੁਬਾਨ ਤੋਂ ਪੜੇ, ਹਰ ਸਮੇਂ ਪਾਠ ਕਰਦਾ ਰਹੇ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰ ਸਿੱਖ ਕੇ ਬੰਧਨ ਕਾਟੈ। ਕੋਈ ਸ਼ੱਕ ਨਹੀਂ, ਗੁਰੂ ਮਾਲਕ ਆਪਣੇ ਸਿੱਖ ਦੇ ਬੰਧਨ ਕੱਟਦਾ ਹੈ। ਗੁਰੂ ਨੇ ਬੰਧਨਾਂ ਤੋਂ ਸਾਨੂੰ ਆਜ਼ਾਦ ਕਰਾਉਣਾ, ਤੇ ਹੋਰ ਕਿੰਨੇ ਕਰਾਉਣਾ। ਸਤਿਗੁਰ ਬੰਧਨ ਕੱਟਦਾ, ਮਾਲਕ ਕਹਿੰਦੇ ਪਰ ਬੰਧਨ ਤਾਂ ਗੁਰੂ ਕੱਟਦਾ ਹੈ, ਕੋਈ ਸ਼ੱਕ ਨਹੀਂ। ਪਰ ਜੇ ਇਹ ਪੰਕਤੀਆਂ ਪੜ੍ਹਦਿਆਂ ਮੈਂ ਵਿਕਾਰ ਵੀ ਭੋਗੀ ਜਾਵਾਂ, ਮਾੜਾ ਲੋਕਾਂ ਦਾ ਸੋਚੀ ਜਾਵਾਂ, ਲੋਕਾਂ ਦਾ ਸੋਚਾਂ ਵੀ ਇਹਦਾ ਘਰ ਲੁੱਟ ਕੇ ਵੀ ਮੇਰੇ ਘਰ ਵਿੱਚ ਕਿਵੇਂ ਪਹੁੰਚ ਜਾਏ, ਮਾਲਕ ਕਹਿੰਦੇ ਫਿਰ ਤਾਂ ਨਹੀਂ ਗੱਲ ਬਣਦੀ। ਅਗਲਾ ਬਚਨ ਵੀ ਸੁਣਿਆ ਕਰ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰੂ ਦਾ ਸਿੱਖ ਵਿਕਾਰ ਕਮਾਉਣੋਂ ਹਟ ਜਾਏ, ਮਾੜੇ ਕਰਮਾਂ ਤੋਂ ਬਚ ਜਾਏ, ਗੁਰੂ ਤੇ ਤਾਂ ਤੇਰੇ ਆਪਣੇ ਸਿੱਖ ਦੀ ਪੈਜ ਰੱਖੇਗਾ। ਇਸੇ ਕਰਕੇ ਮਾਲਕ ਨੇ ਕਿਸੇ ਭੁਲੇਖੇ 'ਚ ਬੰਦੇ ਨੂੰ ਰੱਖਿਆ ਨਹੀਂ। ਮਾਲਕ ਕਹਿੰਦੇ ਗੁਰਪੀਰ ਹਮ ਤਾਂ ਭਰੇ, ਤਾਂ ਗੁਰੂ ਤੁਹਾਡੀ ਸਿਫਾਰਿਸ਼ ਮਾਲਕ ਦੀ ਦਰਗਾਹ 'ਚ ਕਰੇਗਾ। ਜਾਂ ਮੁਰਦਾਰ ਨਾ ਖਾਏ, ਮੁਰਦਾਰ ਦਾ ਅਰਥ ਹੈ ਕਿਸੇ ਦਾ ਹੱਕ ਨਹੀਂ ਜਿਹੜਾ ਮਾਰ ਕੇ ਖਾਂਦਾ, ਜਿਹੜਾ ਕਿਸੇ ਨੂੰ ਦੁਖੀ ਨਹੀਂ ਕਰਦਾ। ਮਾਲਕ ਉਹਨਾਂ ਦੀ ਸਿਫਾਰਿਸ਼ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਆਪ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਮਾਲਕ ਪਰਮਾਤਮਾ ਦੇ ਚਰਨਾਂ 'ਚ ਇਸ ਤਰ੍ਹਾਂ ਨੇੜਤਾ ਬਣਾਈ।
ਗੁਰੂ ਦੇ ਬਚਨਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ 'ਚ ਤੁਰਨਾ ਉਹਨਾਂ ਨੇ ਸ਼ੁਰੂ ਕਰ ਲਿਆ ਹੈ। ਗਰਭ ਗਹੇਲੀ ਮਹਿਲ ਨਾ ਪਾਵੈ। ਹੁਣ ਦੂਜੇ ਪਾਸੇ ਸਤਿਗੁਰ ਨੇ ਗੱਲ ਕਹੀ ਹੈ ਵੀ ਗਰਭ ਗਹੇਲੀ ਦਾ ਅਰਥ ਹੈ ਜਿਹੜੀ ਹੰਕਾਰ ਵਿੱਚ ਮੱਤੀ ਹੋਈ ਹੈ, ਮਨੁੱਖ ਜਿਹੜਾ ਆਕੜ ਨਾਲ ਭਰਿਆ ਹੋਇਆ। ਮਾਲਕ ਕਹਿੰਦੇ ਜਿਨੇ ਆਪਣੇ ਹਿਰਦੇ 'ਚ ਹੰਕਾਰ ਧਾਰਨ ਕੀਤਾ ਹੋਇਆ ਨਾ, ਗਰਭ ਗਹੇਲੀ ਮਹਿਲ ਨਾ ਪਾਵੈ। ਵਾਹਿਗੁਰੂ ਪਰਮਾਤਮਾ ਦੇ ਦਰ ਦਾ ਉਹਨੂੰ ਮਹਲ ਨਹੀਂ ਮਿਲ ਸਕਦਾ, ਉਹਨੂੰ ਕਦੇ ਗੁਰੂ ਦੀ ਖੁਸ਼ੀ ਨਸੀਬ ਨਹੀਂ ਹੁੰਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ 'ਚ ਤਾਂ ਹੰਕਾਰੀ ਨੂੰ ਕੋਈ ਥਾਂ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ 'ਚ ਨਿਮਰਤਾ ਦਾ ਝਲਕਾਰਾ ਹੀ ਇੱਥੇ ਪੈਂਦਾ ਹੁੰਦਾ। ਇੱਕ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ 'ਚ ਅਕਬਰ ਬਾਦਸ਼ਾਹ ਆਉਂਦਾ। ਅਕਬਰ ਬਾਦਸ਼ਾਹ ਇਹਨਾਂ ਲੋਕਾਂ ਵਿੱਚੋਂ ਥੋੜਾ ਜਿਹਾ ਸਿਆਣੀ ਮੱਤ ਦਾ ਮਾਲਕ ਰਿਹਾ। ਤੇ ਦੇਖੋ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ਼ਬਦ ਬਚਨ ਕਿਹਾ। ਮਾਲਕ ਪਰਮਾਤਮਾ ਕਹਿੰਦੇ ਨੇ ਪਹਿਲਾਂ ਸੰਗਤ, ਮਾਲਕ ਨੇ ਕਿਹਾ ਪਹਿਲਾਂ ਪੰਗਤ ਪਾਛੈ ਸੰਗਤ। ਉਹਦਾ ਕਾਰਨ ਸੀ ਇਹ ਨਹੀਂ ਵੀ ਇਹਦਾ ਅਰਥ ਅਸੀਂ ਲਈਏ ਵੀ ਲੰਗਰ ਛਕੋ ਤੇ ਆਪਣੇ ਘਰਾਂ ਨੂੰ ਚਲੇ ਜਾਓ। ਉਹਦਾ ਕੋਈ ਕਾਰਨ ਸੀ, ਜਿਹੜੇ ਲੋਕ ਜਾਤ ਕਰਕੇ ਆਪਣੇ ਆਪ 'ਚ ਆਕੜੇ ਪਏ ਸਨ ਨਾ ਵੀ ਮੇਰੇ ਵਰਗਾ ਵੱਡੀ ਜਾਤ ਵਾਲਾ ਕੋਈ ਨਹੀਂ, ਸਤਿਗੁਰ ਨੇ ਕਿਹਾ ਪਹਿਲਾਂ ਪੰਗਤ 'ਚ ਆ ਕੇ ਇੱਕ ਸਮਾਨ ਬਹਿ ਕੇ ਜਦੋਂ ਲੰਗਰ ਛਕੇਗਾ ਨਾ, ਉਦੋਂ ਬੰਦੇ ਦੇ ਅੰਦਰੋਂ ਅੱਧਾ ਕੋੜ ਤੇ ਉਦੋਂ ਹੀ ਮਿਟ ਜਾਣਾ। ਜਦੋਂ ਇੱਕ ਪੰਗਤ 'ਚ ਰਾਜਾ ਵੀ ਬਹਿ ਜਾਏ, ਇੱਕ ਹੀ ਪੰਗਤ 'ਚ ਕੰਗਾਲ ਹੈ, ਇੱਕ ਪਾਸੇ ਸ਼ੂਦਰ ਹੈ, ਇੱਕ ਪਾਸੇ ਬ੍ਰਾਹਮਣ ਹੈ, ਸਭ ਨੂੰ ਇੱਕ ਹੀ ਕਤਾਰ 'ਚ ਮਾਲਕ ਨੇ ਪੰਗਤ 'ਚ ਜੋੜਿਆ ਤਾਂ ਕਿ ਉਸ ਬੰਦੇ ਦਾ ਕੋੜ ਜਾਤ ਦਾ ਮਨ ਵਿੱਚੋਂ ਉਤਰ ਜਾਏ। ਤੇ ਨਾਲ ਹੀ ਮਾਲਕ ਦੀ ਬਾਣੀ ਦਾ ਬਚਨ ਹੈ, जात का गर्भ न करियो कोई, ब्रह्म बिंदे ते ब्राह्मण होई, जात का गर्भ न कर मूर्ख गवारा, इस गर्भ ते चले बहुत बेकारा। अपनी जात नू अब हर समय बंदा उच्चियां चुकी फिरदा, मेरे वर्गा सियाणा कोई नहीं। मालिक ने कृपा कीती भी संगत च जदों आएगा उदों दा मन टिक जाना, ताकि ओदी बीमारी तां उत्थे संगत विच पंगत च बह के दूर हो गई, ताकि ऊच नीच दा जात पात दा इहदा ख्याल अंदरों मिटेगा ते ਤਾਂ ਹੀ ਤਾਂ ਗੁਰੂ ਦਾ ਸ਼ਬਦ ਸੁਣੇਗਾ। ਜੇ ਬੰਦੇ ਦੇ ਜਾਤ ਦਾ ਮਾਣ ਸੰਗਤ ਵਿੱਚ ਹੀ ਬੈਠਿਆਂ ਬਣਿਆ ਰਿਹਾ ਤੇ ਮਾਲਕ ਕਹਿੰਦੇ ਫਿਰ ਗੁਰੂ ਦਾ ਸ਼ਬਦ ਉਹ ਕਿਵੇਂ ਸੁਣ ਸਕੇਗਾ। ਗੁਰੂ ਅਮਰਦਾਸ ਮਹਾਰਾਜ ਨੇ ਜਾ ਕੇ ਸਿੱਖਾਂ ਨੇ ਕਿਹਾ, ਦਾਤਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਆਇਆ, ਉਹਦੇ ਵਾਸਤੇ ਲੰਗਰ ਦਾ ਪ੍ਰਬੰਧ ਕੀ ਕਰੀਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਿੱਥੇ ਸਾਡੇ ਸਿੱਖ ਛਕਦੇ ਨੇ, ਜਿੱਥੇ ਸੰਗਤਾਂ ਲੰਗਰ ਛਕਦੀਆਂ ਨੇ, ਉਹਨਾਂ ਵਾਸਤੇ ਉਸੇ ਪੰਗਤ 'ਚ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਬਾਦਸ਼ਾਹ ਨੂੰ ਵੀ ਬਿਠਾਓ। ਅੱਜ ਵਾਂਗੂ ਅਸੀਂ ਸਾਰੀ ਕੁਝ ਪਰਿਭਾਸ਼ਾ ਨੂੰ ਗੁਰੂ ਦੀ ਬਣੀ ਖੇਡ ਨੂੰ ਵਿਗਾੜਨ 'ਚ ਲੱਗੇ ਗੁਸਤਾਖੀ ਮਾਵ। ਅਸਲ 'ਚ ਜਦੋਂ ਕੋਈ ਚਾਰ ਛਿਲਣਾ ਜਿਹਦੇ ਕੋਲ ਹੋਣ, ਅਸੀਂ ਉਹਨੂੰ ਵੱਖਰਾ ਆਪਣੇ ਵੱਲੋਂ ਬਿਠਾ ਕੇ ਛਕਾਵਾਂਗੇ ਵੀ ਤੁਸੀਂ ਛਕੋ, ਤਾਂ ਕਿ ਤੁਸੀਂ ਤਾਂ ਆ ਕੇ ਮਾਇਆ ਸਾਨੂੰ ਦੇ ਕੇ ਜਾਣੀ ਹੈ। ਪਰ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਨੇ ਬਿਲਕੁਲ ਵੀ ਸਾਰਿਆਂ ਵਾਸਤੇ ਸਪਸ਼ਟ ਸ਼ਬਦ ਕਿਹਾ, ਕਿਉਂਕਿ ਗੁਰੂ ਦੀ ਨਜ਼ਰ 'ਚ ਗਰੀਬ ਦਾ ਵੀ ਸਨਮਾਨ ਉਹਨਾਂ ਹੈ, ਗੁਰੂ ਦੀ ਨਜ਼ਰ 'ਚ ਇੱਕ ਅਮੀਰ ਬੰਦੇ ਦਾ ਵੀ ਸਨਮਾਨ ਬਰਾਬਰ। ਮਾਲਕ ਨੇ ਤਾਂ ਬਾਣੀ 'ਚ ਸ਼ਬਦ ਕਹੇ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੀ ਹੋਇਆ ਜੇ ਚਾਰ ਕੋਡੀਆਂ ਕਿਸੇ ਕੋਲ ਵੱਧ ਨੇ, ਹੈ ਤਾਂ ਇਨਸਾਨ ਹੀ ਹੈ ਨਾ। ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੇ ਇੱਕੋ ਨੂਰ ਤੋਂ ਮਨੁੱਖ ਨੂੰ ਸੰਸਾਰ ਨੂੰ ਸਾਜਿਆ ਹੋਇਆ। ਜਦੋਂ ਕਿਤੇ ਆਪਣੇ ਵੱਲੋਂ ਸੱਚੇ ਪਾਤਸ਼ਾਹ ਦੇ ਦਰ ਸਿੱਖਾਂ ਨੇ ਕਿਹਾ, ਦਾਤਾ ਕਹਿੰਦੇ ਜਿਸ ਪੰਗਤ 'ਚ ਸੰਗਤ ਬਹਿੰਦੀ ਉੱਥੇ ਹੀ ਇਹਨੂੰ ਬਿਠਾਓ। ਜਦੋਂ ਲੰਗਰ ਛਕਿਆ ਤ੍ਰਿਪਤ ਹੋ ਗਿਆ, ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਸ਼ਬਦ ਕਹਿੰਦਾ, ਸਤਿਗੁਰੂ ਮੈਂ ਰਾਜਾ ਹੋ ਕੇ 36 ਪ੍ਰਕਾਰ ਦੇ ਭੋਜਨ ਰੋਜ਼ ਛਕਣਾ, ਪਰ ਜਿਹੜਾ ਰਸ ਆਨੰਦ ਅੱਜ ਮੈਨੂੰ ਇਸ ਲੰਗਰ ਵਿੱਚੋਂ ਮਿਲਿਆ, ਅੱਜ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਦਾ ਰਸ ਨਹੀਂ ਸੀ ਮਾਣਿਆ। ਅੱਜ ਮੈਂ ਤੁਹਾਡੇ ਸਾਹਮਣੇ ਖਲੋ ਕੇ ਇੱਕ ਗੱਲ ਕਹਿਣਾ। ਆਪਣੇ ਦਰਬਾਰੀ ਨੂੰ ਕਹਿੰਦਾ, ਇੰਨੀ ਇੱਕ ਜਗੀਰ ਦਾ ਪਟਾ ਲਿਖ ਕੇ ਗੁਰੂ ਨਾਨਕ ਸਾਹਿਬ ਦੇ ਘਰ ਖਜ਼ਾਨੇ ਵਾਸਤੇ ਮੈਂ ਅਰਪਣ ਕਰਨ ਲੱਗਾ। ਅੱਜ ਤੋਂ ਬਾਅਦ ਲੰਗਰ ਚਲਾਉਣਾ ਤੇ ਮੇਰੀ ਜਗੀਰ ਦਾ ਚਲਾਓ, ਮੇਰੇ ਜਿਹੜੇ ਦਿੱਤਾ ਹੋਇਆ ਧਨ ਪਦਾਰਥ ਹੈ ਇਹਦਾ ਚਲਾਇਆ ਕਰੋ, ਮਾਣ ਕਰਿਆ ਕਰੋ ਆਪਣੇ ਗੁਰੂ ਸਾਹਿਬਾਨਾਂ ਤੇ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਨਹੀਂ ਅਕਬਰ ਬਾਦਸ਼ਾਹ, ਜੇ ਅਸੀਂ ਇਸ ਤਰ੍ਹਾਂ ਦੀ ਜਗੀਰ ਤੇਰੇ ਘਰ ਵਿੱਚ ਆ ਕੇ ਨਾਨਕ ਸਾਹਿਬ ਦੇ
ਘਰ 'ਚ ਚਲਾਵਾਂਗੇ ਤੇ ਆਪਣੇ ਵੱਲੋਂ ਜਿਹੜੀ ਇਸ ਘਰ 'ਚ ਕੋਈ ਜਗੀਰ ਨੂੰ ਥਾਂ ਨਹੀਂ, ਕੱਲ ਨੂੰ ਕਿਤੇ ਇਤਿਹਾਸ ਇਹੀ ਗੱਲ ਨਾ ਲਿਖਣੀ ਪੈ ਜਾਏ ਵੀ ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਅਕਬਰ ਬਾਦਸ਼ਾਹ ਦੀ ਜਗੀਰ ਕਰਕੇ ਚੱਲ ਰਿਹਾ। ਸਤਿਗੁਰ ਕਹਿੰਦੇ ਨਹੀਂ, ਇੱਥੇ ਤਾਂ ਜਿਹੜੇ ਗਰੀਬ ਸਿੱਖ ਦਸਾਂ ਨੋਹਾਂ ਦੀ ਲੱਕ ਤੋੜਵੀਂ ਮਿਹਨਤ ਕਰਕੇ ਆਪਣੇ ਵੱਲੋਂ ਟਕਾ ਟਕਾ ਆ ਕੇ ਗੁਰੂ ਦੇ ਦਰ ਤੇ ਕੋਈ ਭੇਟ ਕਰਦਾ, ਲੰਗਰ ਤਾਂ ਗੁਰੂ ਨਾਨਕ ਸਾਹਿਬ ਦੀ ਇਹਨਾਂ ਸੰਗਤਾਂ ਦੀ ਕਿਰਪਾ ਨਾਲ ਚੱਲ ਰਿਹਾ। ਗੁਰੂ ਮਾਲਕ ਮਿਹਰ ਕਰਕੇ ਬਖਸ਼ਿਸ਼ ਕਰਦੇ ਨੇ। ਜਿਹੜੀ ਅੰਦਰ ਗਰਭ ਆਪਣੇ ਪਾਲਦੀ ਹੈ ਨਾ, ਜੀਵ ਰੂਪੀ ਇਸਤਰੀ, ਮਨੁੱਖ ਆਪਣੇ ਅੰਦਰ ਗਰਭ ਪਾਲ ਲੈਂਦਾ, ਉਹ ਮਾਲਕ ਪਰਮਾਤਮਾ ਦੇ ਘਰ ਵਿੱਚ ਉਹਨੂੰ ਮਹਿਲ ਨਹੀਂ ਮਿਲਦਾ, ਸਾਈਂ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ ਹੈ। ਫਿਰ ਪਛਤਾਵੈ ਜਬ ਰੈਣ ਬਿਹਾਵੈ। ਇੱਕ ਬਚਨ ਹੋਰ ਸਮਝਣ ਵਾਲਾ, ਅਸੀਂ ਤਾਂ ਆਪਣੀ ਜ਼ਿੰਦਗੀ ਦੀ ਡੋਰ ਨੂੰ ਬੜਾ ਲੰਮੀ ਸਮਝ ਕੇ ਤੁਰ ਪਏ ਹਾਂ। ਕੋਈ ਬੰਦਾ 70 ਸਾਲ ਹੋ ਗਿਆ, 80 ਸਾਲ, 100 ਸਾਲ, 200 ਸਾਲ ਤੱਕ ਬੰਦਾ ਜ਼ਿੰਦਗੀ ਦਾ ਸਫ਼ਰ ਤੈਅ ਕਰਨ ਨੂੰ ਤਿਆਰ ਹੈ। ਮਾਲਕ ਨੇ ਸਾਡੀ ਜ਼ਿੰਦਗੀ ਦੀ ਡੋਰ ਨੂੰ ਇੱਕ ਰਾਤ ਕਰਕੇ ਮਿਣਿਆ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਸ੍ਰੀ ਰਾਗਚੀ ਜੀ ਦਾ ਸਿਰਲੇਖ ਹੈ ਪਹਿਰੇ। ਪਹਿਰਿਆਂ ਦਾ ਅਰਥ ਹੁੰਦਾ 4 ਪਹਿਰ ਹੁੰਦੇ ਨੇ ਦਿਨ ਦੇ, 4 ਪਹਿਰ ਹੁੰਦੇ ਰਾਤ ਦੇ, ਜਿਹਨੂੰ 8 ਪਹਿਰ ਦਾ ਜ਼ਿਕਰ ਸਤਿਗੁਰ ਦੀ ਬਾਣੀ 'ਚ ਕੀਤਾ ਗਿਆ। ਉਦਾਹਰਨ ਦੇ ਤੌਰ ਤੇ 8 ਪਹਿਰ ਸਾਲਾਹੇ ਸਿਰਜਣਹਾਰ ਤੂੰ, 8 ਪਹਿਰ ਦਾ ਜ਼ਿਕਰ ਤੁਸੀਂ ਬਾਣੀ 'ਚ ਬੜੀ ਵਾਰ ਪੜੋਗੇ, ਪਰ ਮਾਲਕ ਨੇ ਉੱਥੇ ਬਾਣੀ ਵਿੱਚ ਲਿਖੇ ਪਹਿਰੇ ਤੇ ਉਹ 4 ਪਹਿਰੇ ਲਿਖੇ ਨੇ। ਪਹਿਲਾ ਪਹਿਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਮਾਤਾ ਦਾ ਗਰਭ ਹੈ, ਦੂਜਾ ਪਹਿਰ ਹੈ ਬਚਪਨਾ, ਤੀਜਾ ਪਹਿਰ ਹੈ ਜਵਾਨੀ ਤੇ ਚੌਥਾ ਪਹਿਰ ਹੈ ਬੁਢੇਪਾ। ਉਸ ਤੋਂ ਅੱਗੇ ਫਿਰ ਅਗਲਾ ਪਹਿਰ ਨਹੀਂ ਸ਼ੁਰੂ ਹੁੰਦਾ, ਬੰਦੇ ਦੀ ਜ਼ਿੰਦਗੀ ਦਾ ਫਿਰ ਅੰਤ ਹੋ ਜਾਣਾ। ਮਾਲਕ ਬਾਣੀ 'ਚ ਕਹਿੰਦੇ ਏਕ ਰਹਿਣ ਕੇ ਪਾਹੁਣ ਤੁਮ ਆਏ, ਬਹੁ ਬਿਧ ਆਸ ਮੰਧਾਏ। ਪਹਿਲਾ ਪਹਿਰ ਰਾਤ ਦਾ ਸ਼ੁਰੂ ਹੋ ਗਿਆ 6 ਤੋਂ ਲੈ ਕੇ 9 ਦਾ, ਦੂਜਾ 9 ਤੋਂ 12 ਦਾ, ਤੀਜਾ 12 ਤੋਂ ਸਵੇਰੇ 3 ਦਾ, ਚੌਥਾ ਹੈ 3 ਤੋਂ ਲੈ ਕੇ ਸਵੇਰੇ 6 ਦਾ। ਇਸ ਤਰ੍ਹਾਂ 4 ਪਹਿਰ ਲੰਘ ਗਏ, 4 ਪਹਿਰ ਫਿਰ ਦਿਨ ਦੇ ਆਰੰਭ ਹੋ ਜਾਣਗੇ। ਮਾਲਕ ਕਹਿੰਦੇ ਬਹੁਤੀ ਲੰਮੀ ਆਸ ਨਾ ਰੱਖਿਆ ਕਰ। ਏਕ ਰਹਿਣ ਕੇ ਪਾਹੁਣ ਤੁਮ ਆਏ, ਇੱਕ ਰਾਤ ਦਾ ਬੰਦਾ ਮਹਿਮਾਨ ਬਣ ਕੇ ਦੁਨੀਆ 'ਚ ਆਇਆ। ਜਦੋਂ ਰਾਤ ਲੰਘ ਜਾਏ, 4 ਪਹਿਰ ਮੁੱਕ ਜਾਣ, ਉਦੋਂ ਸਵੇਰ ਹੁੰਦੀ। ਮਾਲਕ ਬਾਣੀ 'ਚ ਕਹਿੰਦੇ ਰਹਿਣ ਗਈ ਮਤ ਦਿਨ ਪੀ ਜਾਏ। ਜੇ ਰਾਤ ਤੇਰੀ ਜ਼ਿੰਦਗੀ ਦੀ ਲੰਘ ਗਈ ਤੇ ਆਪਣਾ ਦਿਨ ਵੀ ਤੂੰ ਲੰਘਾ ਲਿਆ ਤੇ ਮਾਲਕ ਪਰਮਾਤਮਾ ਦੇ ਦਰ ਤੇ ਤੂੰ ਪ੍ਰਵਾਨ ਨਹੀਂ ਹੋ ਪਾਏਗਾ। ਇਸੇ ਕਰਕੇ ਮਾਲਕ ਕਹਿੰਦੇ ਬੰਦਾ ਪਛਤਾਉਂਦਾ, ਪਛਤਾਵੇ ਤੋਂ ਬਿਨਾਂ ਕੱਖ ਨਹੀਂ ਪੱਲੇ ਰਹਿੰਦਾ। ਜਦੋਂ ਜ਼ਿੰਦਗੀ ਦੀ ਰਾਤ ਮੁੱਕ ਜਾਂਦੀ ਹੈ, ਬੰਦਾ ਵਪਾਰੀ ਰਿਹਾ। ਇੱਕ ਬੜਾ ਪਿਆਰਾ ਵਚਨ ਹੈ ਕਬੀਰ ਸਾਹਿਬ ਦਾ, ਤੁਸੀਂ ਬਾਣੀ 'ਚ ਪੜ੍ਹਿਓ। ਕਬੀਰ ਸਾਹਿਬ ਕਿਰਪਾ ਕਰਦੇ ਨੇ, ਦੇਖੋ ਜਦੋਂ ਰੱਬ ਪਰਮਾਤਮਾ ਨੇ ਦੂਤ ਭੇਜੇ ਨਾ, ਬੰਦੇ ਦਾ ਹੁਣ ਜਾਣ ਨੂੰ ਜੀ ਥੋੜਾ ਨਾ ਕਰਦਾ। ਬੰਦਾ ਭਾਵੇਂ 100 ਸਾਲ 200 ਸਾਲ ਹੰਢਾ ਲਏ, ਪਹਿਲਾਂ ਬੰਦਾ ਆਪਣੀ ਸੋਚਦਾ ਵੀ ਮੈਂ ਕਾਮਯਾਬ ਹੋ ਜਾਵਾਂ, ਉਸ ਤੋਂ ਬਾਅਦ ਬੰਦਾ ਫਿਰ ਆਪਣੇ ਧੀਆਂ ਪੁੱਤਰਾਂ ਬਾਰੇ ਸੋਚਦਾ, ਉਸ ਤੋਂ ਬਾਅਦ ਧੀਆਂ ਪੁੱਤਰਾਂ ਦੇ ਵਿਆਹ ਦੀਆਂ ਗੱਲਾਂ ਕਰਦਾ ਵੀ ਅੱਗੇ ਪੋਤਰੇ ਹੋ ਜਾਣ। ਉਹਦੀਆਂ ਗੱਲਾਂ ਤੋਂ ਬਾਅਦ ਅੱਗੇ ਅੱਗੇ ਡੋਰ ਚੱਲਦੀ ਰਹਿੰਦੀ, ਬੰਦੇ ਦਾ ਜਾਣ ਨੂੰ ਦੁਨੀਆ ਤੋਂ ਚਿੱਤ ਨਹੀਂ ਕਰਦਾ। ਮਾਲਕ ਬਾਣੀ 'ਚ ਕਹਿੰਦੇ ਰੱਜ ਨਾ ਕੋਈ ਜੀਵਿਆ। ਅੱਜ ਤੱਕ ਬੰਦਾ ਜੀ ਕੇ ਕੋਈ ਰੱਜਿਆ ਨਹੀਂ। ਬੰਦਾ ਚਾਹੁੰਦਾ ਵੀ ਅੱਜ ਆ ਜ਼ਿੰਦਗੀ ਮਿਲੀ ਹੈ, ਪਤਾ ਨਹੀਂ ਦੁਬਾਰਾ ਕਦੋਂ ਨਸੀਬ ਹੋਏ। 100 ਸਾਲ 200 ਸਾਲ ਹੰਢਾ ਲੈ ਜਿੰਨੀ ਜ਼ਿੰਦਗੀ ਮਾਲਕ ਨੇ ਬਖਸ਼ੀ ਹੈ, ਪਰ ਇਹ ਤਾਂ ਗੱਲ ਕੋਈ ਨਹੀਂ ਜਾਣਦਾ, ਇਹ ਤਾਂ ਵਾਹਿਗੁਰੂ ਪਰਮਾਤਮਾ ਜਾਣਦੇ ਨੇ। ਕਬੀਰ ਸਾਹਿਬ ਕਹਿੰਦੇ ਵੀ ਦੂਤ ਆ ਗਏ, ਬੰਦੇ ਨੂੰ ਕਹਿੰਦੇ ਵੀ ਚੱਲ ਹੁਣ ਤੇਰਾ ਸਮਾਂ ਹੋ ਗਿਆ, ਤੈਨੂੰ ਪਰਮਾਤਮਾ ਪਰਮੇਸ਼ਰ ਦੇ ਘਰ ਵਿੱਚ ਲੈ ਚੱਲੀ। ਬੰਦਾ ਹੁਣ ਵਪਾਰੀ ਚਲਾਕ ਚੁਸਤ ਬੜਾ, ਉਹ ਕਹਿੰਦਾ ਵੀ ਦੇਖੋ ਮੈਂ ਕੁਛ ਇਸ ਨਗਰ ਵਿੱਚੋਂ ਮੇਰਾ ਪੈਸਾ ਇਕੱਠਾ ਕਰਨ ਵਾਲਾ ਰਹਿੰਦਾ, ਜੇ ਮੈਨੂੰ ਇੱਕ ਰਾਤ ਦੀ ਤੁਸੀਂ ਮੋਹਲਤ ਦੇ ਦਿਓ, ਮੈਂ ਰਾਤੋਂ ਰਾਤ ਪੈਸਾ ਇਕੱਠਾ ਕਰ ਲਵਾਂ ਤੇ ਜਿਹੜਾ ਪੈਸਾ ਇਕੱਠਾ ਕਰਨਾ ਉਹਦੇ ਵਿੱਚੋਂ ਕੁਝ ਹਿੱਸਾ ਤੁਹਾਡਾ। ਕਿਉਂ ਬੰਦੇ ਨੂੰ ਆ ਜਿਹੜੀ ਰਿਸ਼ਵਤ ਦੀ ਬਿਮਾਰੀ ਹੈ ਨਾ, ਅੱਜ ਦੀ ਨਹੀਂ, ਇਹ ਤਾਂ ਬਹੁਤ ਸਾਲ ਪਹਿਲਾਂ ਦੀ ਬੰਦੇ ਦੇ ਪੱਲੇ ਪਈ ਹੈ। ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਕਬੀਰ ਸਾਹਿਬ ਕਹਿੰਦੇ ਦੂਤਾਂ ਨੇ ਆ ਕੇ ਕਿਹਾ ਵੀ ਚੱਲ ਤੇਰਾ ਸਮਾਂ ਮੁੱਕ ਗਿਆ, ਤੈਨੂੰ ਰੱਬ ਪਰਮਾਤਮਾ ਨੇ ਬੁਲਾਇਆ, ਜਿੰਨਾ ਭੋਗਣਾ ਸੀ ਭੋਗ ਲਿਆ, ਚੱਲ ਸਾਡੇ ਨਾਲ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਬੰਦਾ ਕੀ ਕਹਿੰਦਾ, ਕਰੂੰ ਅਰਦਾਸ ਗਾਵ ਕਿਛ ਬਾਕੀ, ਮੇਰਾ ਇਸ ਨਗਰ ਵਿੱਚ ਕੁਝ ਲੈਣ ਦੇਣਾ ਜੇ ਰਹਿੰਦਾ, ਕਰੂੰ ਅਰਦਾਸ ਗਾਵ ਕਿਛ ਬਾਕੀ, ਲੇਹੋ ਨਬੇਰ ਆਜ ਕੀ ਰਾਤੀ, ਮੈਂ ਅੱਜ ਰਾਤ ਸਾਰਾ ਕੁਝ ਪੈਸਾ ਜਿਹੜਾ ਲੈਣਾ ਸੀ
ਉਹ ਮੈਂ ਇਕੱਠਾ ਕਰ ਲਵਾਂ। ਇੱਕ ਰਾਤ ਮੈਨੂੰ ਮੌਲਤ ਦਿਓ, ਬਸ ਸਵੇਰੇ ਮੈਂ ਤੁਹਾਡੇ ਨਾਲ ਜਾਣ ਲਈ ਤਿਆਰ ਹਾਂ। ਜਮਦੂਤ ਹੈਰਾਨ ਹੋ ਕੇ ਕਹਿੰਦੇ ਨੇ ਵੀ ਸਾਰੀ ਜ਼ਿੰਦਗੀ ਬੰਦਾ ਪੈਸੇ ਦਾ ਪੁਜਾਰੀ ਰਿਹਾ, ਅੱਜ ਅਖੀਰਲੀ ਰਾਤ ਮੰਗਦਾ, ਉਹ ਵੀ ਧਰਮ ਵਾਸਤੇ ਨਹੀਂ ਮੰਗਦਾ, ਉਹ ਵੀ ਪੈਸੇ ਵਾਸਤੇ ਮੰਗੀ ਜਾ ਰਿਹਾ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਬੇਰ ਆਜ ਕੀ ਰਾਤੀ। ਕੁਛ ਵੀ ਖਰਚ ਤੁਮਾਰਾ ਸਾਰੋਂ, ਕੁਝ ਹਿੱਸਾ ਉਹਦੇ ਚੋਂ ਤੁਹਾਡਾ। ਸੁਬਹ ਸਰਾਏ ਨਿਵਾਜ ਗੁਜ਼ਾਰੋ। ਕਹਿਣ ਲੱਗੇ ਜੇ ਤੁਸੀਂ ਕਹਿੰਦੇ ਵੀ ਧਰਮ ਦੀ ਗੱਲ, ਬੰਦਗੀ ਕਦੋਂ ਕਰਾਂਗਾ? ਜਦੋਂ ਤੁਹਾਡੇ ਨਾਲ ਜਾਣਾ ਮੈਂ ਰਸਤੇ 'ਚ, ਹੋਰ ਕੀ ਕਰਨਾ, ਮੈਂ ਨਾਮ ਜਪਦਾ ਜਾਵਾਂਗਾ। ਮਾਲਕ ਕਹਿੰਦੇ ਵੀ ਹੈਰਾਨ ਬੰਦੇ ਦੀ ਜ਼ਿੰਦਗੀ, ਸਾਰੀ ਜ਼ਿੰਦਗੀ ਬੰਦਾ ਧਨ ਦਾ ਪੁਜਾਰੀ ਹੈ, ਅਖੀਰ ਵੇਲੇ ਵੀ ਧਰਮ ਦੀ ਗੱਲ ਨਹੀਂ ਕਰਦਾ, ਬੰਦਾ ਧਨ ਦੀ ਗੱਲ ਕਰਦਾ। ਪਛਤਾਵਾ ਹੀ ਬੰਦੇ ਦੇ ਪੱਲੇ ਰਹਿ ਜਾਂਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਹਰ ਬੰਦੇ ਦਾ ਮੌਤ ਦਾ ਸਾਹਾ ਲਿਖਿਆ ਗਿਆ, ਅੱਜ ਨਹੀਂ ਤਾਂ ਕੱਲ ਬੰਦਿਆ ਤੂੰ ਦੁਨੀਆ ਨੂੰ ਛੱਡ ਕੇ ਚਲੇ ਜਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੱਕ ਉਦਾਹਰਨ ਦਿੱਤੀ ਹੈ ਸਤਿਗੁਰ ਨੇ ਬਾਣੀ ਚੋਂ। ਜਿਵੇਂ ਬੱਚੀ ਨੂੰ, ਖਿਮਾ ਕਰਿਓ ਥੋੜਾ ਆਵਾਜ਼ ਆਪ ਜੀ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ। ਜਿਵੇਂ ਪੁਰਾਤਨ ਸਮੇਂ 'ਚ ਅੱਜ ਵੀ ਰਿਵਾਜ ਹੈ, ਥੋੜਾ ਘਟ ਗਿਆ, ਵੀ ਬੱਚੀ ਦਾ ਵਿਆਹ ਹੋਣਾ ਤੇ ਉਹਦੇ ਸਿਰ 'ਚ ਮਾਈਏ ਪਾਏ ਜਾਂਦੇ ਸਨ। ਜਿਹਨੂੰ ਮਾਈਏ ਦਾ ਅਰਥ ਪੁਰਾਤਨ ਬਜ਼ੁਰਗਾਂ ਨੂੰ ਪਤਾ ਹੋਵੇਗਾ, ਉਹਨਾਂ ਦੇ ਸਿਰ ਵਿੱਚ ਜਿਸ ਬੱਚੀ ਦਾ ਵਿਆਹ ਹੁੰਦਾ ਸੀ ਉਹਦੇ ਸਿਰ 'ਚ ਤੇਲ ਪਾਉਣਾ, ਉਹਨੂੰ ਮਾਈਏ ਪਾਉਣੇ ਕਿਹਾ ਜਾਂਦਾ ਸੀ। ਜਦੋਂ ਬੱਚੀ ਨੂੰ ਮਾਈਏ ਪਾਉਣੇ ਤੇ ਸਹੇਲੀਆਂ ਨੇ ਆਪਣੇ ਵੱਲੋਂ ਅਸੀਸਾਂ ਦੇਣੀਆਂ ਵੀ ਭੈਣੇ ਤੇਰਾ ਮਿਲਾਪ ਆਪਣੇ ਪਰਮੇਸ਼ਰ ਨਾਲ ਹੋਏ, ਪਤੀ ਦੀ ਹਰ ਖੁਸ਼ੀ ਨੂੰ ਤੂੰ ਆਪਣੀ ਜ਼ਿੰਦਗੀ 'ਚ ਮਾਣ ਸਕੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਹਰ ਇੱਕ ਮਨੁੱਖ ਦਾ ਸਾਹਾ ਮਾਲਕ ਦੇ ਦਰ ਤੋਂ ਮੌਤ ਦਾ ਲਿਖਿਆ ਗਿਆ। ਹਰ ਇੱਕ ਬੰਦੇ ਨੇ ਰੱਬ ਦੇ ਘਰ ਵਿੱਚ ਪਹੁੰਚਣਾ, ਟਲ ਸੱਚਾਈ ਹੈ, ਸਾਹਾ ਕਦੇ ਲਿਖਿਆ ਹੋਇਆ ਟਲਦਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸਣੀਆਂ। ਮੈਨੂੰ ਤੁਸੀਂ ਅਸੀਸਾਂ ਦਿਓ, ਜੋ ਹੋਵੇ ਸਹਿਬ ਸੁਮੇਲ। ਮੇਰਾ ਮਾਲਕ ਪਰਮਾਤਮਾ ਨਾਲ ਮਿਲਾਪ ਹੋਏ, ਮੈਨੂੰ ਦਰ ਤੇ ਮਾਲਕ ਆਪਣੇ ਪ੍ਰਵਾਨ ਕਰ ਲੈਣ। ਸਤਿਗੁਰੂ ਕਹਿੰਦੇ ਨੇ ਜਿਹੜੀ ਗਰਭ ਵਿੱਚ ਆਪਣੇ ਵੱਲੋਂ ਹੰਕਾਰ 'ਚ ਅੰਨੀ ਹੋਈ ਹੈ, ਜੀਵ ਰੂਪੀ ਇਸਤਰੀ ਮਨੁੱਖ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਉਦੋਂ ਪਛਤਾਵੇ ਤੋਂ ਬਿਨਾਂ ਪੱਲੇ ਕੱਖ ਨਹੀਂ ਰਹਿੰਦਾ, ਜਦੋਂ ਜ਼ਿੰਦਗੀ ਦੀ ਰਾਤ ਗੁਜ਼ਰ ਜਾਂਦੀ ਹੈ। ਇੱਕ ਬਚਨ ਹੋਰ ਤੁਸੀਂ ਸਮਝਿਓ। ਸਤਿਗੁਰ ਨੇ ਕਿਰਪਾ ਕੀਤੀ ਹੈ ਵੀ ਦੇਖੋ ਮਾਲਕ ਪਰਮਾਤਮਾ ਨੇ ਜਿਹੜਾ ਜੀਵਨ ਦਿੱਤਾ ਨਾ, ਅਸੀਂ ਇਸ ਗੱਲ ਨੂੰ ਸਮਝਦੇ ਨਹੀਂ, ਵੇਸਲੇ ਜੇ ਹੋ ਕੇ ਜ਼ਿੰਦਗੀ ਨੂੰ ਬਤੀਤ ਕਰੀ ਜਾਂਦੇ ਆ। ਕਿੰਨਾ ਨਿਰਮਲ ਜਿਹਾ ਪਿਆਰਾ ਉਪਦੇਸ਼ ਹੈ ਸਾਡੇ ਕੋਲ। ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਮਨੁੱਖ ਇਨਸਾਨ ਬਣੇ, ਇਹਦਾ ਹੱਕ ਬੰਦੇ ਨੂੰ ਕਦੋਂ ਮਿਲਦਾ? ਜਦੋਂ ਬੰਦਾ ਗੁਰੂ ਦੀ ਦਸੀ ਕਾਰ ਦੇ ਰਾਹੀਂ ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਪੜ੍ਹਦਾ, ਸੰਧਿਆ ਵੇਲੇ ਗੁਰੂ ਦੇ ਬਚਨਾਂ ਨੂੰ ਪੜ੍ਹਦਾ, ਸੌਣ ਲੱਗੇ ਸੋਹਲਾ ਸਾਹਿਬ ਦਾ ਪਾਠ ਕਰਦਾ। ਜੇ ਇੰਨਾ ਵੀ 24 ਘੰਟੇ 'ਚ ਅਸੀਂ 2 ਘੰਟੇ ਨਹੀਂ ਨਾ ਪੜ੍ਹ ਸਕਦੇ, ਮਤ ਕੋਈ ਬੰਦਾ ਰਹੇ ਵੀ ਮੈਂ ਆਪਣੇ ਵੱਲੋਂ ਜ਼ਿੰਦਗੀ ਜੀ ਰਿਹਾ। ਮਾਲਕ ਕਹਿੰਦੇ ਜ਼ਿੰਦਗੀ ਨਹੀਂ ਜੀ ਰਿਹਾ, ਤੂੰ ਤਾਂ ਇਸੇ ਤਰ੍ਹਾਂ ਨਰਕ ਦੀ ਦੁਨੀਆ 'ਚ ਭੋਗੀ ਜਾ ਰਿਹਾ। ਮਾਲਕ ਨੇ ਜਿਹੜਾ ਸਾਨੂੰ ਸਭ ਕੁਝ ਦਿੱਤਾ ਹੋਇਆ, ਘੱਟੋ ਘੱਟ ਜਿਹੜੇ ਮਾਲਕ ਨੇ ਬਾਣੀ 'ਚ ਬਚਨ ਕਹਿੰਦੇ ਸੋ ਕਿਉਂ ਬਿਸਰੈ ਜਿਨ ਸਭ ਕੁਝ ਦਿਆ। ਪਹਿਲੀ ਗੱਲ ਤਾਂ ਹਰ ਇੱਕ ਬੰਦੇ ਨੂੰ ਬਾਣੀਆਂ ਦਾ ਪਾਠ ਕਰਨਾ ਚਾਹੀਦਾ, ਤੇ ਜਿਹਨੂੰ ਅਜੇ ਬਾਣੀਆਂ ਦਾ ਪਾਠ ਕਰਨ ਦੀ ਜਾਂਚ ਨਹੀਂ, ਘੱਟੋ ਘੱਟ ਜ਼ਿਆਦਾ ਨਹੀਂ ਤਾਂ ਮੂਲ ਮੰਤਰ ਦਾ ਪਾਠ ਤਾਂ ਬੰਦਾ ਦਿਹਾੜੀ 'ਚ ਕਰ ਹੀ ਸਕਦਾ। ਮਾਲਕ ਕਹਿੰਦੇ ਮਨੁੱਖ ਦਾ ਜੀਵਨ ਕੀ ਸਤਿਗੁਰ ਨੇ ਦਿੱਤਾ ਸੀ, ਮਨੁੱਖ ਨੇ ਬਣਾ ਕੇ ਇਹਨੂੰ ਰੱਖ ਦਿੱਤਾ। ਕੀ ਬਣਾ ਕੇ ਰੱਖ ਦਿੱਤਾ? ਮਾਲਕ ਬਾਣੀ 'ਚ ਕਹਿੰਦੇ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਹੀਰਿਆਂ ਵਰਗਾ ਜਨਮ ਮਾਲਕ ਨੇ ਦਿੱਤਾ, ਬੰਦੇ ਨੇ ਕੀਮਤ ਕੀ ਪਾਈ? ਕੌਡੀਆਂ ਦੀ ਕੀਮਤ ਇਹਨੇ ਪਾਈ। ਮਾਲਕ ਬਾਣੀ 'ਚ ਕਹਿੰਦੇ ਆਇਓ ਪੜਨ ਸੁਣ ਕੋ ਬਾਣੀ, ਨਾਮ ਵਿਸਾਰ ਲੱਗੇ ਅਨਨਾਲ 'ਚ ਬਿਰਥਾ ਜਨਮ ਪ੍ਰਾਣੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਤੇਰੀ ਜ਼ਿੰਦਗੀ ਦੀ ਰਾਤ ਮੁਕਦੀ ਜਾ ਰਹੀ ਹੈ, ਕੋਈ ਧਿਆਨ ਕਰ, ਗੁਰੂ ਦੇ ਚਰਨਾਂ 'ਚ ਜੁੜ, ਮਾਲਕ ਪਰਮਾਤਮਾ ਦੇ ਦਰ ਦੀ ਨੇੜਤਾ ਤੈਨੂੰ ਮਿਲੇਗੀ। ਇੱਕ ਬਚਨ ਹੋਰ ਸਮਝ ਲਈਏ। ਭਗਤ ਭੀਖਨ ਸਾਹਿਬ ਦੇ ਬਾਣੀ 'ਚ ਕੁੱਲ 2 ਸ਼ਬਦ ਨੇ, ਸੋਠ ਰਾਗ 'ਚ 559 ਮੁਬਾਰਕ ਅੰਕ ਤੇ ਤੁਸੀਂ ਦਰਸ਼ਨ ਕਰੋਗੇ। ਮਾਲਕ ਨੇ ਗੱਲ ਕੀਤੀ ਹੈ ਵੀ ਜਦੋਂ ਬੰਦਾ ਬਚਪਨ ਤੇ ਮਾਂ-ਬਾਪ ਕਹਿੰਦੇ ਵੀ ਅਜੇ ਸੌ ਤੂੰ, ਅਜੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਬੈਠੇ ਹਾਂ। ਬਚਪਨ ਤਾਂ ਜਾਣ ਪੁਣੇ 'ਚ ਲੰਘ ਜਾਂਦਾ, ਜਵਾਨੀ ਆਉਂਦੀ ਨਾ, ਉਦੋਂ ਫਿਰ ਬੰਦਾ ਦੁਨੀਆ ਦੇ ਧੰਦਿਆਂ ਵਿੱਚ ਉਲਝ ਜਾਂਦਾ। ਹਰ ਇੱਕ ਬੰਦਾ ਚਾਹੁੰਦਾ ਮੈਂ ਆਪਣੇ ਪੈਰਾਂ ਤੇ ਖਲੋ ਜਾਵਾਂ,
ਕਾਮਯਾਬੀ ਮੇਰੇ ਕਦਮਾਂ ਨੂੰ ਚੁੰਮੇ, ਉਦੋਂ ਬੰਦਾ ਉਸ ਪਾਸੇ ਲੱਗਾ ਰਹਿੰਦਾ। ਜਦੋਂ ਬੁਢੇਪਾ ਹੁੰਦਾ ਨਾ, ਬੰਦਾ ਜਵਾਨੀ 'ਚ ਸੋਚਣ ਲੱਗ ਜਾਂਦਾ ਵੀ ਬਜ਼ੁਰਗੀ ਦੀ ਅਵਸਥਾ 'ਚ ਮੈਂ ਰੱਬ ਦੀ ਬੰਦਗੀ ਕਰਨੀ, ਹੋਰ ਤਾਂ ਕੋਈ ਦੂਜਾ ਕੰਮ ਹੈ ਕੋਈ ਨਹੀਂ। ਇਸ ਕਰਕੇ ਭਗਤ ਭੀਖਨ ਸਾਹਿਬ ਕਹਿੰਦੇ, ਬਚਪਨ ਤੇਰਾ ਲੰਘ ਗਿਆ ਲਾੜ 'ਚ, ਜਵਾਨੀ ਚਲੀ ਗਈ ਵਿਕਾਰਾਂ ਵਿੱਚ, ਦੁਨੀਆ ਦੇ ਕੰਮਾਂ ਕਾਰਾਂ ਵਿੱਚ ਲੰਘ ਗਈ, ਆ ਗਿਆ ਬੁਢੇਪਾ। ਮਾਲਕ ਕਹਿੰਦੇ ਮਤ ਤੂੰ ਭਰਮ 'ਚ ਰਹਿ। ਜੇ ਜਵਾਨੀ ਵੇਲੇ ਅਸੀਂ ਆਦਤ ਨਹੀਂ ਨਾ ਪਾਈ ਰੱਬ ਦੀ ਬੰਦਗੀ ਦੀ, ਸੱਚ ਜਾਣਿਓ ਬੁਢੇਪੇ 'ਚ ਬਹਿਣ ਨੂੰ, ਚੌਂਕੜਾ ਮਾਰਨ ਨੂੰ ਬੰਦੇ ਦਾ ਚਿੱਤ ਨਹੀਂ ਕਰੇਗਾ। ਮਾਲਕ ਬਾਣੀ 'ਚ ਕਹਿੰਦੇ, ਜੇ ਅਸੀਂ ਹੁਣ ਆਪਣੇ ਵੱਲੋਂ ਕੁਝ ਤਿਆਰੀ ਕੀਤੀ ਹੋਵੇਗੀ ਤਾਂ ਹੀ ਤਾਂ ਬੁਢੇਪੇ 'ਚ ਰਸਨਾ ਸਤਨਾਮ ਕਹਿ ਸਕਦੀ ਹੈ। ਜਿਹੜਾ ਬੰਦਾ ਸਾਰੀ ਜ਼ਿੰਦਗੀ ਸੰਗਤ 'ਚ ਨਹੀਂ ਆਇਆ, ਕਦੇ ਗੁਰੂ ਦਾ ਨਾਂ ਨਹੀਂ ਜਪਿਆ, ਕਦੇ ਗੁਟਕਾ ਸਾਹਿਬ ਖੋਲ ਕੇ ਨਹੀਂ ਦੇਖਿਆ, ਗੁਸਤਾਖੀ ਮਾਫ ਕੀ ਆਸ ਕਰਦੇ ਵੀ ਬੁਢੇਪਾ ਉਹਦਾ ਸੌਰ ਜਾਏਗਾ। ਮਾਲਕ ਕਹਿੰਦੇ ਨਹੀਂ, ਬਜ਼ੁਰਗੀ ਵਿੱਚ ਕੀ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਜਰ ਆਈ ਜੋਬਨ ਹਾਰਿਆ। ਜਦੋਂ ਬਜ਼ੁਰਗੀ ਘਰ ਵਿੱਚ ਆ ਜਾਏ, ਜਵਾਨੀ ਹਾਰ ਜਾਂਦੀ ਹੈ, ਤੇ ਬਜ਼ੁਰਗੀ ਜਦੋਂ ਆਉਂਦੀ ਅਨੇਕਾਂ ਰੋਗਾਂ ਨੂੰ ਨਾਲ ਹੀ ਆਪਣੇ ਲੈ ਆਉਂਦੀ ਹੈ, ਜਿਨ੍ਹਾਂ ਦਾ ਜ਼ਿਕਰ ਮਾਲਕ ਬਾਣੀ 'ਚ ਕਰ ਰਹੇ ਨੇ। ਨੈਣੋ ਨੀਰ ਬਹਿ ਤਨਖੀਨਾ, ਭਏ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਕੰਠ ਗਲੇ ਨੂੰ ਕਹਿੰਦੇ ਨੇ, ਗਲੇ 'ਚੋਂ ਆਵਾਜ਼ ਨਹੀਂ ਨਿਕਲਦੀ। ਅਬ ਕਿਆ ਕਰੇ ਪ੍ਰਾਨੀ, ਹੁਣ ਬੰਦਿਆ ਤੂੰ ਕੀ ਕਰੇਗਾ। ਕਬੀਰ ਸਾਹਿਬ ਕਹਿੰਦੇ, ਚਰਨ ਸੀਸ ਕਰ ਕੰਪਣ ਲਾਗੇ, ਪੈਰ ਥੜਕ ਰਹੇ ਨੇ, ਕਦਮ ਸਹੀ ਤੁਰ ਨਹੀਂ ਰਹੇ, ਨੈਣੀ ਨੀਰ ਅਸਾਰ ਬਹਿ, ਅੱਖਾਂ ਤੋਂ ਪਾਣੀ ਚੱਲਦਾ, ਜਿਹਵਾ ਬਚਨ ਸੁਧ ਨਹੀਂ ਨਿਕਸੈ, ਜ਼ੁਬਾਨ ਅਲਫਾਜ਼ ਸਾਫ਼ ਨਹੀਂ ਬੋਲ ਪਾ ਰਹੀ। ਮਾਲਕ ਕਹਿੰਦੇ, ਤਬਲੇ ਧਰਮ ਕੀ ਆਸ ਕਰੇ। ਹੁਣ ਬੰਦਾ ਕਹਿੰਦਾ ਵੀ ਧਰਮ ਕਮਾ ਲਵਾਂ, ਹੁਣ ਕਿਵੇਂ ਧਰਮ ਕਮਾ ਸਕਦਾ। ਇਸੇ ਕਰਕੇ ਮਾਲਕ ਕਹਿੰਦੇ ਵੀ ਬਚਪਨ ਨੂੰ ਸਾਂਭ, ਜਵਾਨੀ ਨੂੰ ਸੰਭਾਲ। ਕੋਈ ਮਾਲਕ ਮਿਹਰ ਕਰੇ 5 ਸਾਲਾਂ ਦੇ ਪਹਿਲਾਦ ਤੇ ਧਰੂ ਵੀ ਮਾਲਕ ਦੇ ਦਰ ਤੇ ਭਗਤ ਬਣ ਜਾਣ, ਨਹੀਂ ਤਾਂ ਬੰਦਾ 100 ਸਾਲ ਵੀ ਹੰਢਾ ਲਏ ਤਾਂ ਵੀ ਬੰਦਾ ਗੁਰੂ ਦਾ ਭਗਤ ਨਹੀਂ ਬਣ ਸਕਦਾ। ਮਾਲਕ ਕਿਰਪਾ ਕਰਕੇ ਹੋਕਾ ਲਾ ਕੇ ਜਵਾਨ ਲੋਕਾਂ ਨੂੰ, ਜਵਾਨੀ ਦੇ ਮਨੁੱਖਾਂ ਨੂੰ ਇੱਕ ਬਚਨ ਕਰਦੇ ਨੇ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁੱਲਾ, ਦਿਨ ਥੋੜ੍ਹੇ ਥੱਕੇ, ਭਇਆ ਪੁਰਾਣਾ ਚੋਲਾ। 2 ਅਵਸਥਾ ਹੁੰਦੀਆਂ ਨੇ। ਇੱਕ ਅਵਸਥਾ ਹੁੰਦੀ ਜਦੋਂ ਬੰਦੇ ਦਾ ਤਨ ਸਾਥ ਦਿੰਦਾ ਪਰ ਮਨ ਬੜੀ ਦੂਰ ਹੋ ਕੇ ਬਹਿ ਜਾਂਦਾ। ਜਵਾਨੀ 'ਚ ਬੰਦੇ ਦਾ ਜੀ ਤੇ ਕਰਦਾ ਵੀ ਮੈਂ ਗੁਰਦੁਆਰੇ ਜਾਵਾਂ, ਪਰ ਮਨ ਨਹੀਂ ਕਹਿੰਦਾ ਵੀ ਛੱਡ ਪਰੇ ਹੋਰ ਕੋਈ ਕੰਮ ਕਰਨੇ ਆ। ਦੂਜੀ ਅਵਸਥਾ ਹੁੰਦੀ ਹੈ ਬਜ਼ੁਰਗੀ 'ਚ, ਬੰਦੇ ਦਾ ਆਪਣੇ ਵੱਲੋਂ ਮਨ ਤੇ ਚਾਹੁੰਦਾ ਪਰ ਉਦੋਂ ਤਨ ਨਹੀਂ ਸਾਥ ਦੇ ਰਿਹਾ। ਕਿਸੇ ਨੂੰ ਤਰਸ ਆਇਆ ਤੇ ਪਰਿਵਾਰ 'ਚੋਂ ਕੋਈ ਲੈ ਆਏ, ਨਹੀਂ ਤਾਂ ਘਰ ਹੀ ਬੰਦਾ ਬੈਠਾ ਰਹੇਗਾ। ਮਾਲਕ ਕਹਿੰਦੇ, ਜਦੋਂ ਤਨ ਸਾਥ ਦਿੰਦਾ ਸੀ ਉਦੋਂ ਮਨ ਤੂੰ ਗੁਰੂ ਦੇ ਕੋਲ ਰੱਖਿਆ ਨਹੀਂ। ਅੱਜ ਮਨ ਤੇਰਾ ਗੁਰੂ ਕੋਲ ਆਉਣਾ ਚਾਹੁੰਦਾ, ਤਨ ਬੜੀ ਦੂਰ ਜਾ ਕੇ ਬਹਿ ਗਿਆ। ਇਸੇ ਕਰਕੇ ਦਾਤਾ ਕਹਿੰਦੇ, ਅਸੀਂ ਤੈਨੂੰ ਕਿਹਾ ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁੱਲਾ। ਆ ਜਵਾਨੀ ਦਾ ਪਹਿਰਾ ਇਹਨੂੰ ਸੰਭਾਲ ਕੇ ਰੱਖੋ। ਇਹਦੇ ਵਿੱਚ ਰੱਬ ਪਰਮਾਤਮਾ ਦੀ ਬਾਣੀ ਪੜਨ ਦੀ ਆਦਤ ਪਾਵਾਂਗੇ ਤਾਂ ਹੀ ਤਾਂ ਸਾਡਾ ਬਜ਼ੁਰਗੀ ਤਾਂ ਸੁਹੇਲਾ ਸਫ਼ਰ ਕੱਟੇਗਾ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨਾ ਹੁੱਲਾ, ਦਿਨ ਥੋੜ੍ਹੇ ਥੱਕੇ, ਭਇਆ ਪੁਰਾਣਾ ਚੋਲਾ। ਸਤਿਗੁਰ ਬਚਨ ਕਿਰਪਾ ਕਰ ਰਹੇ ਹਨ। ਕਰਮਹੀਣ ਮਨ ਮੁਖ ਦੁਖ ਪਾਵੈ। ਕਰਮਾਂ ਤੋਂ ਹੀਣਾ ਮਨੁੱਖ ਆਪਣੇ ਵੱਲੋਂ ਜ਼ਿੰਦਗੀ 'ਚ ਦੁਖੀ ਰਹਿੰਦਾ, ਦੁੱਖ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ ਹੈ। ਬਿਨੋ ਕਰੀ ਜੇ ਜਾਣਾ ਦੂਰ, ਤਾਂ ਮਾਲਕ ਦੇ ਚਰਨਾਂ 'ਚ ਬੇਨਤੀ ਕਰਾਂ, ਜੇ ਮਾਲਕ ਮੇਰੇ ਤੋਂ ਦੂਰ ਹੋਵੇ, ਸਤਿਗੁਰ ਮੇਰੇ ਅੰਗ ਸੰਗ ਹੈ, ਹਰ ਸਮੇਂ ਗੁਰੂ ਨਜ਼ਦੀਕ ਵਸਦਾ ਹੈ। ਪ੍ਰਭ ਅਬਨਾਸ਼ੀ ਰਹਿਆ ਭਰਪੂਰ, ਜਿਸ ਮਾਲਕ ਦਾ ਕਦੇ ਨਾਸ਼ ਨਹੀਂ ਹੋਣਾ, ਹਰ ਥਾਂ ਤੇ ਜ਼ਰੇ ਜ਼ਰੇ ਵਿੱਚ ਭਰਪੂਰ ਨੇ, ਹਰ ਥਾਂ ਮਾਲਕ ਦੀ ਜੋਤ ਵਰਤ ਰਹੀ ਹੈ। ਜਨ ਨਾਨਕ ਗਾਵੇ ਦੇਖ ਹਦੂਰ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਦਾਸ ਨਾਨਕ ਮਾਲਕ ਦੇ ਦਰ ਨੂੰ ਹਾਜ਼ਰ ਨਾਜ਼ਰ ਹਜ਼ੂਰ ਉਹਨੂੰ ਵੇਖਦਾ, ਜਹ ਜਹ ਵੇਖੋ ਤਾਂ ਹਜ਼ੂਰ, ਦੂਰ ਕਤ ਹੋ ਨਾ ਜਾਈ, ਰਵ ਰਿਹਾ ਸਰਬੱਤਰ ਮੈਂ, ਮਨ ਸਦਾ ਤੇ ਆਈ। ਇੰਨੇ ਸ਼ਬਦ ਤੁਸੀਂ ਪ੍ਰਵਾਨ ਕਰਿਓ। ਮਾਲਕ ਮਿਹਰ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ।
ਆਪ ਰੱਬ ਰੂਪ ਸੰਗਤਾਂ ਦਾ ਧੰਨਵਾਦ। ਗੁਰੂ ਕੇ ਸਮੁੱਚੇ ਵਜ਼ੀਰ ਬੜੇ ਪਿਆਰ ਵਾਲੀਆਂ ਰੂਹਾਂ ਨੇ। ਸਤਿਗੁਰ ਸਭ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਅੱਜ ਇਸ ਸਮੇਂ ਦੀ ਅਖੀਰਲੀ ਹਾਜ਼ਰੀ ਹੈ। ਕੱਲ ਨੂੰ ਹਾਜ਼ਰੀ ਭਰ ਕੇ ਆਪਾਂ ਗੁਰੂ ਦੀ ਅਸੀਸ ਮਾਣਾਂਗੇ। ਫਿਰ ਜਦੋਂ ਮਾਲਕ ਨੇ ਸਮਾਂ ਬਖਸ਼ਿਆ, ਆਪ ਰੱਬ ਰੂਪ ਸੰਗਤਾਂ ਦੇ ਦਰਸ਼ਨ ਸਤਿਗੁਰ ਜ਼ਰੂਰ ਕਰਾਉਣਗੇ। ਅਖੀਰ ਦੀਆਂ ਪੰਕਤੀਆਂ ਪੜ੍ਹੀਏ, ਸਤਿਗੁਰ ਦੀ ਅਸੀਸ ਮਾਣਦੇ ਹਾਂ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਨਾਸ਼ੀ ਰਹਿਆ ਭਰਪੂਰ। ਜਨ ਨਾਨਕ ਗਾਵੇ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪਰਮ ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਆਪ ਜੀ ਨੂੰ ਬਹੁਤ ਹੀ ਸੁੰਦਰ ਢੰਗ, ਪ੍ਰੇਮ ਪਿਆਰ, ਸ਼ਰਧਾ ਪੂਰਵਕ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾ ਕੇ ਗੁਰੂ ਚਰਨਾਂ ਨਾਲ ਜੋੜ ਰਹੇ ਸਨ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਕਰਨਾਲ ਵਾਲੇ, ਅਪਾਰ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਦੀ। ਇਹਨਾਂ 2-3 ਵਜੇ ਜੋ ਹਵਾਲਾ ਦਿੱਤਾ ਸੀ, ਗੁਰਬਾਣੀ ਪੜ੍ਹਦੇ ਸੁਣਦੇ ਮੱਥੇ ਬਹੁਤ ਟੇਕਦੇ ਹਾਂ, ਮਾਫ ਕਰਨਾ। ਪਰ ਜੋ ਗੁਰਬਾਣੀ ਅਸਲੀਅਤ ਵਿੱਚ ਕਹਿੰਦੀ ਹੈ ਸਾਡੇ ਵਾਸਤੇ ਕੀ ਉਪਦੇਸ਼ ਹੈ, ਉਹ ਤੋਂ ਅਸੀਂ ਬਹੁਤ ਦੂਰ ਹਾਂ। ਇਸ ਲਈ ਕਿਰਪਾ ਕਰਕੇ ਗੁਰਬਾਣੀ ਪੜ੍ਹਨ ਸੁਣਨ ਨਾਲ ਜ਼ਰੂਰ ਸ਼ਰਧਾ ਭਾਵਨਾ ਤੇ ਅਰਥ ਸਮਝ ਕੇ ਅਸਲੀਅਤ ਕੀ ਹੈ ਗੁਰਬਾਣੀ